बहुत धन्यवाद डॉक्टर सुखविंदर सिंह जी। साडे इस वैबीनार के अगले बुलारे ने प्रोफैसर जगदीश सिंह, डायरैक्टर नाथ प्रकाश संस्था श्री अमृतसर साहिब। प्रोफैसर जगदीश सिंह होना ने अपने जीवन का लंबा समा पहला अध्यापन दे विच कॉलेज प्रोफैसर वजों गुजारिया ते अजकल वो अमृतसर दे विच नाथ प्रकाश संस्था के डायरैक्टर वजों कार्यशील ने। उन्हां द्वारा चलाई जा रही ये नाथ प्रकाश संस्था पंजाब दे विच अकैडमिकता के खेत्र दे विच जे मैं ये कहा कि एक सजरी सवेर वर्गी आ तां ये कोई अतकथनी नहीं होगी। नाथ प्रकाश संस्था वालों लगातार पंजाब के यूनिवर्सिटीज़ कॉलेजेस दे विच सैमीनार करवाना, कवि दरबार करवाना, सिंपोजियम करवाना, गोष्ठियां करवाना ते लगातार रिसर्च नूं प्रमोट करने लई यतन किया जा रहा है। तो मैं ये कहा कि गैर सरकारी संस्था के तौर के उत्ते भी विचरती हुई ये संस्था पंजाब दीआं स्थापित संस्थावां तो भी बहुत सुचज्जा कार्य कर रही है। तो इहो जिहा कार्य इन्हां दी रहनुमाई विच कीता जा रहा है। पंजाब दे विच सिख नौजवानों वालों लगातार अपनी अगवाई लई इन्हां दीआं सलाहां जिहड़ियां ने वो लईआं जांदियां। सिख पंथ दे विच आए हुए वक्-वक् मुद्दिआं दे प्रॉब्लम्स दे विच इन्हां दी सलाह जिहड़ी है बहुत ही महत्वपूर्ण रहिंदी आ। तां मैं अपने अगले बुलारे नूं सदा दिंदा हां प्रोफैसर जगदीश सिंह जी कि वो साडे पार्टिसिपेंट जिहड़े साडे इस वैबीनार च जुड़े हुए ने अपने विचार उन्हां नाल सांझे करन। प्रोफैसर जगदीश सिंह। सत्कारयोग प्रिंसीपल साहब, प्रोफैसर साहबान ਅਤੇ श्रोतागण, ਪਹਿਲਾਂ मैं आप जी ਨੂੰ गुरु साहब ਦੇ 400 ਸਾਲਾਂ ਦੀ बहुत बहुत मुबारकबाद ਦਿੰਦਾ ਹਾਂ। मेरे ਜਿਹੜਾ टॉपिक है वो है कि गुरु तेग बहादुर साहब ਦੀ ਬਾਣੀ ਵਿੱਚ ਬ੍ਰਹਿਮੰਡ ਸਿਧਾਂਤ ਦੇ ਪਸਾਰ ਕੀ ਬਣਦੇ ਹਨ। ਸੋ ਬ੍ਰਹਿਮੰਡ ਸਿਧਾਂਤ ਜਿਹੜਾ ਹੈ ਮੈਟਾਫਿਜ਼ਿਕਸ ਦੇ ਵਿੱਚ ਤੱਤ ਮੀਮਾਂਸਾ ਦੇ ਵਿੱਚ ਹੀ ਇੱਕ ਉਹਦੀ ਐਕਸਟੈਂਸ਼ਨ ਹੁੰਦਾ ਹੈ ਤੇ ਉਹਦੀ ਬ੍ਰਾਂਚ ਵੀ ਹੁੰਦਾ ਹੈ। ਸੋ ਬ੍ਰਹਿਮੰਡ ਸਿਧਾਂਤ ਦੇ ਵਿੱਚ ਮਨੁੱਖੀ ਚੇਤਨਾ ਦੇ ਜਿਹੜੇ ਸਾਰੇ ਧਰਾਤਲ ਹਨ ਉਹ ਇਕੱਠੇ ਕਾਰਜਸ਼ੀਲ ਹੁੰਦੇ ਹਨ ਅਤੇ ਇਹ ਤੱਤ ਮੀਮਾਂਸਾ ਦੇ ਨਾਲ ਇੱਕਮਿਕ ਹੁੰਦਾ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਾਂ ਮੇਰੇ ਲੈਕਚਰ ਦਾ ਆਧਾਰ ਜਿਹੜੀ ਸਟੇਟਮੈਂਟ ਬਣੇਗੀ ਕਿ ਜਿਹੜਾ ਬ੍ਰਹਿਮੰਡ ਸਿਧਾਂਤ ਹੈ ਉਹ ਤੱਤ ਮੀਮਾਂਸਾ ਦੇ ਨਾਲ ਇਕਸੁਰ ਹੁੰਦਾ ਹੋਇਆ ਉਹ ਇਤਿਹਾਸ, ਸਮਾਜਿਕਤਾ, ਕਲਚਰ, ਟਾਈਮ ਸਪੇਸ ਦੀ ਕੰਸੈਪਸ਼ਨ, ਮਨੁੱਖੀ ਆਪੇ ਦੀ ਬਣਤਰ ਤੇ ਜਿਹੜੇ ਵੱਖ-ਵੱਖ ਸੈਲਫ ਦੀ ਜਿਹੜੀ ਨੇਚਰ ਨੂੰ ਡਿਟਰਮਿਨ ਕੀਤਾ ਉਹਦੀ ਯਾਤਰਾ ਦੇ ਜਿਹੜੇ ਵਰਟੀਕਲ ਸਟੇਸ਼ਨਸ ਬਣਦੇ ਹਨ, ਉਹਦੇ ਮੁਕਾਮ ਬਣਦੇ ਹਨ ਉਸ ਚੇਤਨਾ ਦੇ। ਜਿਵੇਂ ਸੂਫੀਜ਼ਮ ਦੇ ਵਿੱਚ ਕਾਨਫਰੰਸ ਆਫ ਬਰਡ ਦੇ ਵਿੱਚ 7 ਵੈਲੀਜ਼ ਆਉਂਦੀਆਂ ਜਾਂ ਗਜ਼ਾਲੀ ਦੇ ਵਿੱਚ 7 ਵੈਲੀਜ਼ ਆਉਂਦੀਆਂ। ਸੋ ਜਾਂ ਜਿਹੜੇ ਇਹਦੇ ਯੋਗ ਦੇ ਵਿੱਚ ਚੱਕਰ ਆਉਂਦੇ ਆ, ਭਾਵ ਵੀ ਸੁਰਤ ਦੇ ਵੱਖ-ਵੱਖ ਜਿਹੜੇ ਮੁਕਾਮ ਬਣਦੇ ਹਨ ਉਹਨਾਂ ਨੂੰ ਸ਼ਬਦ ਦੇ ਥੱਲੇ ਬੰਨਣ ਦੇ ਵਿੱਚ ਜਿਹੜਾ ਆ ਉਹ ਸੋਸ਼ੀਓਲੋਜੀ ਕਾਸਮੋਲੋਜੀ ਦਾ ਬੜਾ ਵੱਡਾ ਰੋਲ ਹੁੰਦਾ ਆ। ਸੋ ਇਹ ਉਹਦੇ ਇਨਟਿਊਨ ਹੁੰਦੀ ਆ। ਸੋ ਬ੍ਰਹਿਮੰਡ ਸਿਧਾਂਤ ਸਿਰਫ ਬ੍ਰਹਿਮੰਡ ਦਾ ਵੇਰਵਾ ਨਹੀਂ ਹੁੰਦਾ, ਉਹਦੇ ਵਿੱਚ ਜਿਹੜਾ ਸਾਰਾ ਪਸਾਰ ਆ ਉਹ ਇਕਸੁਰ ਹੁੰਦਾ ਆ। ਇਹ ਇਸ ਕਰਕੇ ਜਿਹੜੀ ਮਤਲਬ ਕਿ ਉਹਦੀ ਸਮੁੱਚੀ ਇਕਸੁਰਤਾ ਹੈ ਦਾਰਸ਼ਨਿਕ ਨੁਕਤੇ ਤੋਂ ਵੀ ਤੇ ਅਧਿਆਤਮਿਕ ਨੁਕਤੇ ਤੋਂ ਵੀ, ਉਹ ਮੈਂ ਅੱਜ ਦੇ ਲੈਕਚਰ ਦੇ ਵਿੱਚ ਬ੍ਰਹਿਮੰਡ ਸਿਧਾਂਤ ਦੇ ਰਾਹੀਂ ਜਿਹੜਾ ਕਰਨ ਦੀ ਕੋਸ਼ਿਸ਼ ਕਰਾਂਗਾ, ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ। ਉਹਦੇ ਵਿੱਚ ਜਿਹੜਾ ਮਤਲਬ ਕਿ ਆਪਾਂ ਕਹਿ ਸਕਦੇ ਵੀ ਜਿਹੜਾ ਕਾਸਮੋਲੋਜੀ ਆ, ਸਕਾਲਰ ਕਾਸਮੋਲੋਜੀ ਦੇ ਸਕਾਲਰਸ ਕਹਿੰਦੇ ਕਿ ਉਹ ਬੀਇੰਗ ਹੀ ਹੁੰਦੀ ਹੈ। ਸੋ ਇਸ ਕਰਕੇ ਬੀਇੰਗ ਤੇ ਕਾਸਮੋਸ, ਜਿਵੇਂ ਬਾਣੀ 'ਚ ਵੀ ਆਉਂਦਾ ਜੋ ਬ੍ਰਹਮੰਡੇ ਸੋਈ ਪਿੰਡੇ। ਸੋ ਜਿਹੜਾ ਬੀਇੰਗ ਹੈ ਉਹ
ਮਤਲਬ ਕਿ ਕਿਸੇ ਬ੍ਰਹਿਮੰਡ ਦੇ ਵਿੱਚ ਇੱਕ ਜੁਜ਼ ਵਾਂਗ ਵੀ ਹੈ, ਪਰ ਬ੍ਰਹਿਮੰਡ ਉਸ ਦੇ ਵਿੱਚ ਵੀ ਹੈ। ਸੋ ਇਹ ਚੀਜ਼ਾਂ ਦੀ ਕੀ ਖੇਡ ਬਣਦੀ ਹੈ, ਇਹਦੇ ਚ ਸੋਸ਼ੋਲੋਜੀ, ਪੋਲਿਟੀ, ਹਿਸਟਰੀ ਜਾਂ ਕ੍ਰੀਏਟੀਵਿਟੀ ਜਾਂ ਟਾਈਮ ਸਪੇਸ ਦੀਆਂ ਕਨਸੈਪਸ਼ਨਸ ਜਿਹੜੀਆਂ ਉਹ ਕਿਸ ਤਰ੍ਹਾਂ ਨਿਰਧਾਰਿਤ ਹੁੰਦੀਆਂ ਹਨ। ਸੋ ਇਹਦੇ ਤੇ ਮੈਂ ਥੋੜਾ ਬਰੀਫ ਚ ਗੱਲ ਕਰ ਰਿਹਾ, ਕਿਉਂਕਿ ਮੇਰਾ ਟਾਈਮ ਦੇ ਹਿਸਾਬ ਨਾਲ ਮੈਂ ਇਹਨੂੰ ਥੋੜਾ ਕੰਟਰੋਲ ਕਰ ਰਿਹਾ ਹਾਂ। ਸੋ ਜਿਹੜਾ ਮਤਲਬ ਕਿ ਕਾਸਮੋਲੋਜੀ ਦੇ ਵਿੱਚ ਫਿਰ ਇਹ ਵਿਸ਼ਵਾਸ ਹੈਗਾ ਕਿ ਕਾਸਮੋਲੋਜੀ ਦੇ ਨਾਲ ਹੀ ਜਿਹੜੇ ਵੱਖ-ਵੱਖ ਜਿਹੜੇ ਕਲਚਰਸ ਹਨ ਉਹ ਆਪਣਾ ਸਿੰਬਲਿਜ਼ਮ, ਆਪਣਾ ਐਸਥੈਟਿਕਸ ਜਿਹੜੀ ਆ, ਲਿਟਰੇਚਰ ਜਾਂ ਸਾਰੀਆਂ ਫਾਈਨ ਆਰਟਸ ਜਿਹੜੀਆਂ, ਖਾਸ ਕਰ ਮਿਊਜ਼ਿਕ ਜਿਹੜਾ ਹੈ, ਤੇ ਖਾਸ ਕਰਕੇ ਜਿਹੜਾ ਕਲਾਸੀਕਲ ਨੇਚਰ ਦਾ ਮਿਊਜ਼ਿਕ ਆ ਜਾਂ ਜਿਹੜਾ ਇੰਸਟਰੂਮੈਂਟਲ ਮਿਊਜ਼ਿਕ ਆ ਖਾਸ ਤੌਰ ਤੇ, ਇਹ ਸਾਰਾ ਜਿਹੜਾ ਆ ਇਹ ਕਾਸਮੋਲੋਜੀ ਦੀ ਕਨਸੈਪਸ਼ਨ ਦੇ ਨਾਲ ਜੁੜਿਆ ਹੁੰਦਾ ਹੈ। ਸੋ ਮਤਲਬ ਮੈਂ ਇਹ ਗੱਲ ਕਹੀ ਆ ਕਿ ਕਾਸਮੋਲੋਜੀ ਜਿਹੜੀ ਆ ਉਹ ਤੱਤ ਮੀਮਾਂਸਾ ਤੇ ਉਹਦੇ ਸ਼ਰਨ ਦੇ ਵਿੱਚ ਜਿਹੜੇ ਬ੍ਰਹਿਮੰਡ ਦੇ ਟਾਈਮ ਸਪੇਸ ਦੇ ਸਾਰੇ ਵਰਤਾਰੇ ਹਨ, ਹਿਸਟਰੀ, ਪੋਲਿਟੀ ਤੇ ਟਾਈਮ ਸਪੇਸ ਦੀ ਕਨਸੈਪਸ਼ਨ, ਤੇ ਉਹਦੇ ਵਿੱਚ ਮਨੁੱਖ ਦੇ ਅੰਦਰਲੀਆਂ ਜਿਹੜੀਆਂ ਸੰਭਾਵਨਾਵਾਂ ਹਨ ਉਹਨਾਂ ਸਾਰੀਆਂ ਦੇ ਨਾਲ ਉਹਦੇ ਇਨਰ ਕਾਸਮੋਸ ਨਾਲ ਵੀ ਰਿਲੇਟਡ ਹੁੰਦੀ ਹੈ। ਸੋ ਇਹਦੇ ਤਿੰਨਾਂ ਦੀ ਇੱਕ ਸੁਰਤਾ ਦੇ ਵਿੱਚ ਹੀ ਅਸੀਂ ਇਸ ਨੂੰ ਠੀਕ ਰੂਪ ਦੇ ਵਿੱਚ ਜਾਣ ਸਕਦੇ ਹਾਂ। ਸੋ ਦੂਜਾ ਮੇਰਾ ਜਿਹੜਾ ਪੁਆਇੰਟ ਇਹ ਹੈ ਕਿ ਜਿਹੜੀ ਕਾਸਮੋਲੋਜੀ ਆ, ਇਹਦੀਆਂ ਥਿਊਰੀਜ਼ ਨੂੰ ਅਸੀਂ ਤਿੰਨ ਕੈਟਾਗਰੀਜ਼ ਦੇ ਵਿੱਚ ਵੰਡ ਸਕਦੇ ਹਾਂ। ਉਹ ਹੈਗੀ ਆ ਇੱਕ ਸਾਇੰਟੀਫਿਕ ਕੈਟਾਗਰੀ, ਜਿਹਦੇ 'ਚ ਸਾਇੰਟੀਫਿਕ ਕਾਸਮੋਲੋਜੀ ਹੁੰਦੀ ਆ, ਜਿਹਦੇ ਵਿੱਚ ਰਿਲੇਟਿਵਿਟੀ ਥਿਊਰੀ ਆ ਜਾਂ ਕੁਆਂਟਮ ਮਕੈਨਿਕਸ ਆ ਜਾਂ ਐਕਸਪੈਂਡਿੰਗ ਯੂਨੀਵਰਸ ਦੀ ਜਿਹੜੀ ਥਿਊਰੀ ਆਈ ਆ, ਫਿਰ ਜਿਹੜੇ ਸਪੇਸ ਦੇ ਉਹਦੇ 'ਚ ਪ੍ਰੋਗਰਾਮ ਬਣ ਰਹੇ ਆ। ਤੁਸੀਂ ਦੇਖੋ ਵੀ ਇਹਦਾ ਸਾਡੇ ਟਾਈਮ ਦੇ ਨਾਲ, ਕਲਚਰ ਨਾਲ, ਮਨੁੱਖੀ ਐਕਸ਼ਨ ਦੇ ਉੱਤੇ ਕਿੰਨਾ ਵੱਡਾ ਅਸਰ ਆ, ਜਿਹਦੇ ਵਿੱਚੋਂ ਸਾਰੀ ਜਿਹੜੀ ਕੰਪਿਊਟਰ ਟੈਕਨੋਲੋਜੀ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਆ, ਰੋਬੋਟਿਕਸ ਆ, ਇਹ ਸਾਰਾ ਕੁਝ ਜਿਹੜਾ ਨਵਾਂ ਪੇਸ਼ ਹੋ ਰਿਹਾ ਆ। ਤੇ ਜਿਹੜੀ ਸੈਟੇਲਾਈਟ ਦੇ ਨੈਟਵਰਕਸ ਆ ਜਾਂ ਇਹਦੇ ਉੱਤੇ ਜਿਹੜੀ ਪੋਲਿਟੀ ਵੀ ਬਿਲਡ ਹੋ ਰਹੀ ਹੈ ਕਿ ਸਪੇਸ ਨੂੰ ਕੰਟਰੋਲ ਕਿੰਝ ਕਰਨਾ ਆ, ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚੋਂ ਹੀ ਪੈਦਾ ਹੋ ਰਹੀਆਂ ਕਿ ਜਿਹੜੀ ਕਾਸਮੋਲੋਜੀ ਆ ਉਹਦਾ ਮਨੁੱਖੀ ਜੀਵਨ ਦੇ ਉੱਤੇ ਬਹੁਤ ਵੱਡਾ ਕੰਟਰੋਲ ਆ ਤੇ ਦਖਲ ਆ। ਇਸ ਕਰਕੇ ਜਿਹੜੇ ਸਾਇੰਟੀਫਿਕ ਜਿਹੜੀਆਂ ਇਨਵੈਂਸ਼ਨਸ ਆ ਜਾਂ ਉਹਦੀ ਜਿਹੜੀ ਉਹਦੀ ਫਿਜ਼ਿਕਸ ਦੀ ਜਾਂ ਐਸਟ੍ਰੋਨੋਮੀ ਦੀ ਜਿਹੜੀ ਕਨਸੈਪਸ਼ਨ ਆ, ਇਹਦੇ ਉੱਤੇ ਬਹੁਤ ਨਿਗਾਹ ਚਾਹੀਦੀ ਆ ਕਿਸੇ ਵੀ ਕਮਿਊਨਿਟੀ ਦੀ। ਦੂਜੇ ਨੰਬਰ ਤੇ ਜਿਹੜੀਆਂ ਐਂਥਰੋਪੋਲੋਜੀਕਲ ਥਿਊਰੀਜ਼ ਆ ਕਾਸਮੋਲੋਜੀ ਦੀਆਂ, ਇਹਦੇ ਵਿੱਚ ਮਾਈਥੋਲੋਜੀਜ਼ ਹੁੰਦੀਆਂ ਆ ਜਾਂ ਇਹਦੇ ਵਿੱਚ ਜਿਹੜੀਆਂ ਵੱਖ-ਵੱਖ ਕਲਚਰਲ ਜਿਹੜੀਆਂ ਜਾਂ ਸਿੰਬੋਲਿਕ ਜਿਹੜੀਆਂ ਚੀਜ਼ਾਂ ਹੁੰਦੀਆਂ, ਉਹਦੇ ਵਿੱਚੋਂ ਵੀ ਟਾਈਮ ਸਪੇਸ ਦੀ ਕਨਸੈਪਸ਼ਨ ਕੀਤੀ ਜਾਂਦੀ ਆ। ਹਰ ਇੱਕ ਟੈਕਸਟ ਜਿਹੜੀ ਆ ਲਿਟਰੇਚਰ ਦੀ ਜਾਂ ਹਰ ਇੱਕ ਮਿਊਜ਼ਿਕ ਦਾ ਪੀਸ ਜਿਹੜਾ ਆ ਜਾਂ ਹਰ ਇੱਕ ਸਟੇਟਮੈਂਟ ਜਿਹੜੀ ਆ, ਇਹ ਵੀ ਆਪਣੀ ਬੈਕਗਰਾਉਂਡ ਦੇ ਵਿੱਚ ਕੌਨਸ਼ੀਅਸਲੀ ਅਨਕੌਨਸ਼ੀਅਸਲੀ ਕੋਈ ਨਾ ਕੋਈ ਕਾਸਮੋਲੋਜੀਕਲ ਬੇਸ ਰੱਖਦੀ ਜ਼ਰੂਰ ਆ। ਪਰ ਕਿਉਂਕਿ ਮਨੁੱਖੀ ਫਿਤਰਤ ਜਿਹੜੀ ਆ ਉਹ ਬੜੀ ਵੱਡੀ ਹੋਈ ਹੁੰਦੀ ਆ, ਇਸ ਕਰਕੇ ਉਹਨੂੰ ਰਿਸੀਵ ਨਹੀਂ ਕਰਦੀ ਤੇ ਉਹ ਧੁੰਦਲੇ ਜੇ ਪਸਾਰਾਂ 'ਚ ਹੀ ਧਰਤੀ ਦੀ ਗੱਲਬਾਤ ਚੱਲਦੀ ਰਹਿੰਦੀ ਆ। ਤੇ ਜੇ ਕਮਿਊਨਿਟੀਜ਼ ਦੀ ਜਿਹੜਾ ਇੰਟੈਲੈਕਚੁਅਲ ਮਾਈਂਡ ਆ ਉਹ ਵੀ ਇਸ ਤਰ੍ਹਾਂ ਦੀ ਓਪੀਨੀਅਨ ਮੇਕਿੰਗ ਦੇ ਵਿੱਚ ਗੁੰਮ ਹੋ ਜਾਏ ਤੇ ਆਪਣੀ ਕਾਸਮੋਲੋਜੀ ਬਾਰੇ ਕੌਨਸ਼ੀਅਸ ਨਾ ਹੋਵੇ, ਤੇ ਉਸ ਕਾਸਮੋਲੋਜੀ ਦਾ ਤੱਤ ਮੀਮਾਂਸਾ ਨਾਲ ਤੇ ਜਿਹੜੇ ਮਨੁੱਖ ਦੇ ਇਨਰ ਸੈਲਫ ਦੇ ਵਿੱਚ ਜਿਹੜੇ ਸਟਰਕਚਰ ਵਾਪਰਦੇ ਆ ਉਹਦੇ ਨਾਲ ਇਹਨੂੰ ਇਨਟਿਊਨ ਕਰਕੇ ਨਾ ਦੇਖ ਕੇ ਸਟੇਟਮੈਂਟ ਬਣਾਵੇ ਤਾਂ ਉਹ ਓਪੀਨੀਅਨ ਮੇਕਿੰਗ ਦੇ ਵਿੱਚ ਗੁੰਮ ਜਾਂਦੇ ਆ ਤੇ ਉਹ ਰਿਸਰਚ ਜਿਹੜੀ ਉਹ ਪੂਅਰ ਹੋ ਜਾਂਦੀ ਆ ਧਰਤੀ ਦੀ, ਤੇ ਉਹ ਇੱਕ ਪ੍ਰੀਚਿੰਗ ਦੇ ਲੈਵਲ ਦੇ ਉੱਤੇ ਚਲੀ ਜਾਂਦੀ ਆ ਤੇ ਜਾਂ ਸਾਈਕੋਲੋਜੀਕਲ ਰਿਫਲੈਕਸ਼ਨਸ ਦਿੰਦੀ ਆ ਜਿਹੜੀਆਂ ਸੈਕਿਜ਼ਮ ਨੂੰ ਅੱਗੇ ਜਾ ਕੇ ਵਧਾਉਂਦੀਆਂ ਤੇ ਆਪਸੀ ਵੈਰ ਵਿਰੋਧਾਂ ਦੇ ਵਿੱਚ ਉਲਝ ਜਾਂਦੀਆਂ। ਸੋ ਜਿਹੜਾ ਮੇਰਾ ਪਹਿਲਾ ਪੁਆਇੰਟ ਇਹ ਸੀਗਾ ਕਿ ਕਾਸਮੋਲੋਜੀ ਜਿਹੜੀ ਆ ਉਹ ਇੱਕ ਮਹੱਤਵਪੂਰਨ ਵਿਸ਼ਾ ਆ। ਇਹਦੀ ਕਨਸੈਪਸ਼ਨ ਦੇ ਨਾਲ ਹੀ ਸਾਡੀ ਤੱਤ ਮੀਮਾਂਸਾ ਤੇ ਸਾਡਾ ਇਨਰ ਜਿਹੜਾ ਕਾਸਮੋਸ ਆ, ਜਿਹਦੇ 'ਚ ਸਾਡੀ ਸਾਈਕੋਲੋਜੀ, ਸਾਡੇ ਕ੍ਰੀਏਟੀਵਿਟੀ ਤੇ ਸਾਡੇ ਦੇਹ ਦੀਆਂ ਚੀਜ਼ਾਂ ਉਹਦੇ ਵਿੱਚ ਸ਼ਾਮਿਲ ਆ, ਤੇ ਇਹਦੇ 'ਚ ਸਾਰੇ ਸਬਜੈਕਟਸ ਜਿਹੜੇ ਆ ਉਹ ਇਕੱਠੇ ਚੱਲਦੇ ਆ। ਸੋ ਜਿਹੜਾ ਦੂਜਾ ਮੇਰਾ ਪੁਆਇੰਟ ਇਹ ਹੈ ਕਿ ਜਿਹੜੇ ਸਿੱਖਾਂ ਨੇ ਆਪਣੇ ਸਿੱਖ ਸਕਾਲਰਸ ਨੇ ਜਿਹੜੀ ਗੁਰਬਾਣੀ ਦੇ ਵਿੱਚੋਂ ਕਾਸਮੋਲੋਜੀ ਦੀ ਰਿਸਰਚ ਕੀਤੀ, ਉਹ ਜਿਹੜੀ ਰਿਸਰਚ ਸੀਗੀ ਉਹਦੇ ਵਿੱਚ ਕਪੂਰ ਸਿੰਘ ਦਾ ਵੱਡਾ ਰੋਲ ਆ। ਉਹਨਾਂ ਦੀ ਜਿਹੜੀ ਸਿੱਖਿਜ਼ਮ ਫॉर ਮਾਡਰਨ ਮੈਨ ਤੇ ਮੀ ਜੂਡਿਸ ਕਿਤਾਬ ਆ ਜਾਂ ਪਰਾਸ਼ਰ ਪ੍ਰਸ਼ਨਾ ਵੀ, ਇਹਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਕਾਸਮੋਲੋਜੀ ਦਾ ਸੰਸਾਰ ਬਾਰੇ ਜਾਂ ਮਾਇਆ ਬਾਰੇ ਜਿਹੜੀ ਕਨਸੈਪਸ਼ਨ ਦਿੱਤੀ ਆ, ਉਹਦੇ ਵਿੱਚ ਉਹਨਾਂ ਦੀ ਰਾਈਟਿੰਗ ਦੇ ਦੋ ਹਿੱਸੇ ਬਣ ਜਾਂਦੇ ਆ।
ਇੱਕ ਹਿੱਸਾ ਜਿਹਦੇ ਵਿੱਚ ਉਹ ਪਿਓਰ ਮੈਟਾਫਿਜ਼ੀਕਲ ਕੰਸਰਨ ਦੇ ਵਿੱਚੋਂ ਚੀਜ਼ਾਂ ਨੂੰ ਵਰਤਦੇ ਆ, ਉਹਦੇ ਵਿੱਚ ਉਹਨਾਂ ਦੀ ਯੂਨੀਵਰਸੈਲਿਟੀ ਬਰਕਰਾਰ ਰਹਿੰਦੀ ਆ। ਇੱਕ ਉਹਨਾਂ ਦੇ ਜਿਹੜੀ ਰਾਈਟਿੰਗ ਦਾ ਹਿੱਸਾ ਆ, ਉਹਦੇ ਵਿੱਚ ਸਥਾਨਕ ਉਲਾਰ ਆ, ਤੇ ਉਹਦੇ 'ਚ ਹਿਸਟਰੀ ਦੀਆਂ ਟੈਨਸ਼ਨਸ ਦਾ ਤੇ ਉਹਨਾਂ ਦੀ ਵਿਅਕਤੀਗਤ ਸਾਈਕੋਲੋਜੀ ਦਾ ਦਖਲ ਹੋਣ ਕਰਕੇ ਉਹ ਉਸ ਚੀਜ਼ ਨੂੰ ਥਿਓਰਾਈਜ਼ ਕਰਦੇ ਆ, ਕਿਉਂਕਿ ਵੱਡੇ ਸਕਾਲਰ ਆ, ਸਟੱਡੀ ਬਹੁਤ ਜ਼ਿਆਦਾ ਲੈਂਗੁਏਜਸ ਦਾ, ਫਿਲਾਸਫੀਜ਼ ਦਾ, ਤੇ ਖਾਸ ਕਰਕੇ ਜਿਹੜੀਆਂ ਰਿਲੀਜੀਅਸ ਟੈਕਸਟਸ ਆ ਉਹਦਾ ਇਹਨਾਂ ਨੂੰ ਸਿੱਖ ਜਗਤ ਦੇ ਵਿੱਚ ਸਭ ਨੂੰ ਜ਼ਿਆਦਾ ਮੇਰੇ ਖਿਆਲ ਪਤਾ ਆ। ਸੋ ਉਹਦੇ ਮਾਹੌਲ ਦੇ ਵਿੱਚ ਉਹ ਆਪਣੀ ਸਾਈਕੋਲੋਜੀ ਜਾਂ ਆਪਣੀਆਂ ਹਿਸਟਰੀ ਦੀਆਂ ਸਿਚੁਏਸ਼ਨਸ ਨੂੰ ਜਦੋਂ ਗਰਾਊਂਡ ਕਰ ਲੈਂਦੇ ਆ, ਤਾਂ ਫਿਰ ਜਿਹੜੀ ਕਾਸਮੋਲੋਜੀ ਬਣਦੀ ਆ ਉਹ ਥੋੜੀ ਜਿਹੀ ਵਨ ਸਾਈਡਡ ਵੀ ਰਹਿ ਜਾਂਦੀ ਆ। ਸੋ ਇਹਨਾਂ ਦੀਆਂ ਰਾਈਟਿੰਗਸ ਦੇ ਵਿੱਚ ਸਿੱਖ ਕਾਸਮੋਲੋਜੀ ਦੇ ਦੋ ਤਰ੍ਹਾਂ ਦੇ ਪਸਾਰ ਜਿਹੜੇ ਆ ਲੱਭੇ ਜਾ ਸਕਦੇ ਆ। ਸੋ ਜਿਹੜੇ ਪਪੂਲਰ ਹੋ ਗਏ, ਕਿਉਂਕਿ ਇੱਥੇ ਮੈਂ ਥੋੜਾ ਇੱਕ ਲਾਈਟ ਜਿਹਾ ਕਮੈਂਟ ਕਰਨ ਲੱਗਾ, ਜਿਹੜਾ ਕਿ ਇੱਕ ਸੱਚ ਆ ਮੇਰੇ ਹਿਸਾਬ ਨਾਲ, ਕਿਉਂਕਿ ਸਿੱਖ ਜਗਤ ਨੇ ਉਹਨਾਂ ਦੀ ਸੱਚੀ ਸਾਖੀ ਦੇ ਫੁੱਟਨੋਟਸ ਦੇ ਵਿੱਚੋਂ ਹੀ ਪੋਲਿਟੀ ਨੂੰ ਡਰਾਈਵ ਕਰਨ ਦੀ ਕੋਸ਼ਿਸ਼ ਕੀਤੀ, ਤੇ ਉਹਨੂੰ ਸਥਾਨਕ ਉਲਝਣਾਂ ਦੇ ਵਿੱਚ ਉਲਝਾ ਕੇ ਇਹਨਾਂ ਦੀ ਇਹ ਵਾਲੀ ਥਿਓਰਾਈਜ਼ੇਸ਼ਨ ਦੇ ਦੀਆਂ ਸਿਰਫ ਕੋਟੇਸ਼ਨਸ ਨੂੰ ਲੈ ਕੇ ਹਾਈਲਾਈਟ ਕਰ ਲਿਆ, ਤੇ ਗੁਰਬਾਣੀ ਦੀਆਂ ਉਹ ਕੋਟੇਸ਼ਨਸ ਨੂੰ ਯੂਜ਼ ਕਰ ਲਿਆ ਜਿਹੜੀਆਂ ਇਹਨਾਂ ਨੇ ਇਸ ਸੀਮਤ ਵਿਆਖਿਆ ਦੇ ਵਿੱਚ ਯੂਜ਼ ਕੀਤੀਆਂ ਆ। ਸੋ ਇਹ ਚੀਜ਼ ਪਪੂਲਰ ਹੋ ਗਈ ਇਹਨਾਂ ਦੀ। ਜਿਹੜੀ ਦੂਜੀ ਸਿਧਾਂਤਕ ਚੀਜ਼ ਆ ਉਹ ਉਹਨਾਂ ਦੀ ਸਾਇਲੈਂਟ ਆ, ਤੇ ਕੁਝ ਹੁਣ ਅਸੀਂ ਉਹਨਾਂ ਦੀ ਜਿਹੜੀ ਪਿਓਰ ਚੀਜ਼ ਆ ਉਹਨੂੰ ਰਿਜੈਕਟ ਕਰ ਰਹੇ ਆ, ਤੇ ਉਹਨਾਂ ਦੀ ਜਿਹੜੀ ਆਪਣੀ ਸੈਲਫ ਦੇ ਜਿਹੜੇ ਮਤਲਬ ਕਿ ਜਿਹੜੇ ਉਹਨਾਂ ਦੇ ਆਪਣੀ ਸੈਲਫ ਦੀ ਨੇਚਰ ਜਾਂ ਸਾਈਕੋਲੋਜੀ ਦੀਆਂ ਜਿਹੜੀਆਂ ਮਿਕਸਚਰ ਵਾਲੀ ਜਿਹੜੀ ਇੰਟਰਪ੍ਰੀਟੇਸ਼ਨ ਆ ਉਹਨਾਂ ਨੂੰ ਅਸੀਂ ਪ੍ਰਾਇਮਰੀ ਮੰਨ ਰਹੇ ਹਾਂ। ਸੋ ਦੂਜਾ ਜਿਹੜਾ ਮੁਥੂਬਨ ਸਾਹਿਬ ਦੀ ਜਿਹੜੀ ਕਿਤਾਬ ਆ ਐਸੈਂਸ਼ੀਅਲ ਪੋਸਟੂਲੇਟਸ ਆਫ ਸਿੱਖਿਜ਼ਮ, ਇਹਦੇ ਵਿੱਚ ਜਿਹੜੇ ਦੋ ਚੈਪਟਰ ਆ, ਸਿੱਖਿਜ਼ਮ ਐਂਡ ਸੁਸਾਇਟੀ, ਦਾ ਵਰਡ ਐਂਡ ਦਾ ਮੈਨ, ਇਹਦੇ ਵਿੱਚ ਇਹਨਾਂ ਨੇ ਸਿੱਖ ਕੋਸਮੋਲੋਜੀ ਨੂੰ ਜਿਹੜਾ ਪੇਸ਼ ਕੀਤਾ ਆ, ਤੇ ਉਹਦਾ ਫਲਾਅ ਬਹੁਤ ਖੂਬਸੂਰਤ ਇਹਨਾਂ ਨੇ ਜਿਹੜਾ ਦਿਖਾਇਆ ਆ। ਉਹ ਮੈਂ ਅੱਗੇ ਜਾ ਕੇ ਦੱਸਦਾ ਕਿ ਇਹਨਾਂ ਨੇ ਉਹ ਫਲਾਅ ਕਿਸ ਤਰ੍ਹਾਂ ਦਿਖਾਇਆ ਆ। ਸੋ ਇਹ ਰਾਈਟਿੰਗ ਜਿਹੜੀ ਹੈ ਕਾਫੀ ਇੰਪੋਰਟੈਂਟ ਰਾਈਟਿੰਗ ਹੈ। ਤੀਜੇ ਨੰਬਰ ਤੇ ਸਾਡੇ ਕੋਲ ਆਹਲੂਵਾਲੀਆ ਸਾਹਿਬ ਦੀਆਂ ਦੋ ਕਿਤਾਬਾਂ ਆ, ਜਸਬੀਰ ਸਿੰਘ ਆਹਲੂਵਾਲੀਆ। ਜਸਬੀਰ ਸਿੰਘ ਆਹਲੂਵਾਲੀਆ ਦਾ ਜਿਹੜਾ ਈਡੀਐਮ ਆ ਉਹ ਫਿਲਾਸਫੀ ਦੇ ਵਿੱਚ ਇੱਕ ਲਗਾਤਾਰਤਾ ਦੇ ਵਿੱਚ ਉਹ ਆਪਣੇ ਆਪ ਨੂੰ ਬਰਕਰਾਰ ਰੱਖਦੇ ਆ, ਤੇ ਉਹਨਾਂ ਦੀ ਰਾਈਟਿੰਗ ਤੇ ਜਦੋਂ ਮੈਂ ਕਮੈਂਟ ਕਰਾਂਗਾ ਤਾਂ ਇਹਨਾਂ ਦੀਆਂ ਲਿਮਿਟੇਸ਼ਨਸ ਵੀ ਦੱਸਾਂਗਾ। ਪਰ ਇਹਨਾਂ ਦਾ ਜਿਹੜਾ ਇਹ ਪਾਸਾ ਹੈ ਕਾਫੀ ਸਿੱਖ ਸਟੂਡੈਂਟਸ ਲਈ ਫਾਇਦੇਮੰਦ ਆ ਕਿ ਇਹ ਫਿਲਾਸਫੀ ਦੇ ਈਡੀਐਮ ਨੂੰ ਨਹੀਂ ਛੱਡਦੇ ਤੇ ਉਹਦੀ ਲਗਾਤਾਰਤਾ ਰੱਖਦੇ ਆ। ਜਿਵੇਂ ਕਪੂਰ ਸਿੰਘ ਦੇ ਵਿੱਚ ਤਾਂ ਦੋ ਚੀਜ਼ਾਂ ਆ ਗਈਆਂ, ਇੱਕ ਉਹਨਾਂ ਦਾ ਪਿਓਰ ਜਿਹੜੇ ਮੈਟਾਫਿਜ਼ੀਕਲ ਜਿਹੜੇ ਰਾਈਟਿੰਗਸ ਆ, ਇੱਕ ਉਹਨਾਂ ਦੀ ਜਿਹੜੀ ਆਪਣੀ ਸਾਈਕੋਲੋਜੀ ਤੇ ਹਿਸਟਰੀ ਦੀ ਨੀਡ ਵਾਲੀਆਂ ਰਾਈਟਿੰਗਸ ਆ। ਪਰ ਆਹਲੂਵਾਲੀਆ ਦੀ ਜਿਹੜੀ ਰਾਈਟਿੰਗ ਆ ਉਹਦੇ ਵਿੱਚ ਫਿਲਾਸਫੀਕਲ ਈਡੀਅਮ ਦੀ ਲਗਾਤਾਰਤਾ ਆ। ਇਹ ਪੁਆਇੰਟ ਕਾਫੀ ਸਾਡੇ ਸਿੱਖਣ ਵਾਲਾ ਆ। ਉਹਦੇ ਵਿੱਚ ਜਿਹੜਾ ਸੋਵਰੈਨਿਟੀ ਆਫ ਸਿੱਖ ਡਾਕਟਰਾਈਨ ਤੇ ਸਿੱਖ ਫਲਸਫੇ ਦੇ ਵਿੱਚ ਉਹ ਸਿੱਖ ਕੋਸਮੋਲੋਜੀ ਨੂੰ ਜਿਹੜਾ ਦੱਸਦੇ ਆ। ਸੋ ਇਹਦੇ ਵਿੱਚ ਜਿਹੜਾ ਮਤਲਬ ਕਿ ਖਾਸ ਗੱਲ ਇਹ ਆ ਕਿ ਇਹ ਵਿਦਾਂਤ ਦੇ ਕੰਪੈਰੀਜ਼ਨ ਦੇ ਵਿੱਚ ਚੀਜ਼ਾਂ ਨੂੰ ਦੱਸਦੇ ਆ। ਸੋ ਇਹਦੇ ਚ ਜਿਹੜੀ ਸਿੱਖ ਕੋਸਮੋਲੋਜੀ ਆ ਉਹ ਗੁਰੂ ਗ੍ਰੰਥ ਸਾਹਿਬ ਸਿੱਖ ਜੀਵਨ ਦੇ ਵਿੱਚੋਂ ਦੀ ਜਾਂ ਗੁਰਮੁਖ ਐਕਸਪੀਰੀਅੰਸ ਚੋਂ ਜਾਂ ਸਾਡੇ ਜਿਹੜੇ ਸੰਤ ਹੋਏ ਹਨ ਉਹਨਾਂ ਦੀ ਜਿਹੜੀ ਹਾਇਰ ਜਰਨੀ ਆ ਸੈਲਫ ਦੀ, ਉਹਦੇ ਇਸ਼ਾਰੇ ਲੈ ਕੇ ਤੇ ਗੁਰਮਤ ਦੇ ਅਨੁਭਵ ਤੇ ਗੁਰੂ ਸਾਖੀਆਂ ਦੇ ਅਨੁਭਵ ਦੀ ਬਜਾਏ ਇਹਦੇ ਵਿੱਚ ਜਿਹੜਾ ਪ੍ਰਾਇਮਰੀ ਕੰਸਰਨ ਰਹਿੰਦਾ ਆ ਕਿ ਕੰਪੈਰੀਟਿਵ ਰਿਲੀਜਨ ਜਿਹੜਾ ਆ ਉਹ ਡੋਮੀਨੇਟ ਕਰਦਾ ਆ। ਸੋ ਕੰਪੈਰੀਟਿਵ ਰਿਲੀਜਨ ਜਦੋਂ ਡੋਮੀਨੇਟ ਕਰਦਾ ਹੈ ਤਾਂ ਉਹਦੇ ਉੱਤੇ ਜਿਹੜੇ ਹਿਸਟਰੀ ਦੇ ਭੈ ਆ, ਸੋਸ਼ੀਓਲੋਜੀ ਦੇ ਭੈ ਆ, ਉਹ ਭੈ ਦੀ ਸਾਈਕੋਲੋਜੀ ਜਿਹੜੀ ਆ ਉਹ ਬਣੀ ਰਹਿੰਦੀ ਆ। ਉਹ ਭੈ ਜੈਨੂਇਨ ਵੀ ਹੋ ਸਕਦੇ ਆ ਤੇ ਉਹ ਭੈ ਜਿਹੜੇ ਆ ਸਾਡੀ ਆਪਣੇ ਅਨੁਭਵ ਦੀ ਸੀਮਾ ਕਰਕੇ ਵੀ ਹੋ ਸਕਦੇ। ਸੋ ਉਹਦੇ ਚ ਇੱਕ ਸੋਸ਼ੀਓਲੋਜੀਕਲ ਬੀਇੰਗ ਜਿਹੜਾ ਆ ਉਹ ਕੋਸਮੋਲੋਜੀਕਲ ਬੀਇੰਗ ਨੂੰ ਆਪਣੀਆਂ ਕੈਟੇਗਰੀ ਚ ਢਾਲਣ ਲਈ ਤਤਪਰ ਆ ਇਸ ਵਿਧੀ ਦੇ ਨਾਲ। ਸੋ ਇਹ ਇੱਕ ਬੜੀ ਵੱਡੀ ਸਿੱਖ ਐਨਾਲਿਸਿਸ ਦੇ ਵਿੱਚ ਪ੍ਰੋਬਲਮ। ਸੋ ਤੇ ਉਹ ਜਿਹੜੀ ਕੰਪੈਰੀਟਿਵ ਰਿਲੀਜਨ ਆ ਉਹਦੇ ਵਿੱਚ ਇੱਕ ਨੂੰ ਨਿਗੇਟ ਕਰਕੇ ਤੇ ਆਪਣੀ ਅਸਰਸ਼ਨ ਪੈਦਾ ਕੀਤੀ ਜਾਂਦੀ ਆ ਜਿਹੜੀ ਕਿ ਪੋਜ਼ਿਟਿਵ ਤਾਂ ਹੈ ਪਰ ਉਹਦੀ ਸੀਮਾ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਸੋ ਉਹ ਸੀਮਾ ਜਿਹੜੀ ਆ ਅਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਕੋਟੇਸ਼ਨਸ ਨੂੰ ਲੈ ਕੇ ਲਾਉਂਦੇ ਆ। ਸੋ ਫਿਰ ਉਸ ਅਸੀਂ ਕੋਟੇਸ਼ਨਸ ਦੇ ਵਿੱਚ ਚੂਜ਼ੀ ਹੋ ਜਾਂਦੇ ਆ। ਇਹ ਵੀ ਮੈਂ ਅੱਗੇ ਜਾ ਕੇ ਦੱਸਾਂਗਾ ਕਿ ਅਸੀਂ ਉਹ ਕੋਟੇਸ਼ਨਸ ਦੇ ਵਿੱਚ ਚੂਜ਼ੀ ਕਿਸ ਤਰ੍ਹਾਂ ਹੁੰਦੇ ਆ। ਤੱਥਾਂ ਨੂੰ ਆਪਣੀ ਸਾਈਕੋਲੋਜੀ ਦੇ ਮੁਤਾਬਕ ਤੇ ਆਪਣੀ ਸੋਸ਼ੋ ਪੋਲੀਟੀਕਲ ਟਰੁੱਥ ਦੀ ਕੰਸਟਰਕਸ਼ਨ ਦੀ ਨੀਡ ਦੇ ਮੁਤਾਬਕ ਚੂਜ਼ ਕਰਨਾ, ਇਹ ਆਪਣੇ ਆਪ ਦੇ ਵਿੱਚ ਇੱਕ ਪੋਲਿਟੀ ਆ ਜਿਹੜੀ ਕਿ ਬੈਲੈਂਸਡ ਐਨਾਲਿਸਿਸ ਨੂੰ ਰਿਪਰੈਜ਼ੈਂਟ ਨਹੀਂ ਕਰਦੀ।
ਸੋ ਇਹਨਾਂ ਦੇ ਜਿਹੜੇ ਰੈਫਰੈਂਸਿਸ ਹਨ ਉਹਦੇ ਵਿੱਚ ਜਦੋਂ ਕਾਸਮੋਲੋਜੀ ਦੇ ਸੰਬੰਧ ਦੇ ਵਿੱਚ, ਬ੍ਰਹਿਮੰਡ ਸਿਧਾਂਤ ਦੇ ਸੰਬੰਧ ਵਿੱਚ, ਉਹ ਵਿਦਾਂਤ ਦੀ ਮਾਇਆ ਵਾਲੀ ਟ੍ਰੈਡੀਸ਼ਨ ਨੂੰ ਸਾਹਮਣੇ ਰੱਖ ਕੇ ਗੁਰਬਾਣੀ ਦੇ ਵਿੱਚੋਂ ਸੱਚੇ ਖੰਡ, ਸੱਚੇ ਬ੍ਰਹਿਮੰਡ ਵੀ ਬਾਣੀ ਜਿਹੜੀ ਆ ਉਹ ਜਗਤ ਨੂੰ ਸੱਚਾ ਮੰਨਦੀ ਹੈ, ਇਸ ਤਰ੍ਹਾਂ ਦੇ ਹਵਾਲੇ ਜਿਹੜੇ ਉਹ ਦਿੱਤੇ ਜਾਂਦੇ ਹਨ। ਜਾਂ ਬਾਣੀ ਹਰ ਕਾ ਰੂਪ ਹੈ, ਜਾਂ ਇਹਦੇ ਵਿੱਚ ਫਿਰ ਗੁਰਬਾਣੀ ਦੀਆਂ ਉਹ ਤੁਕਾਂ ਕਿ ਇਹ ਹਿਸਟਰੀ ਦੇ ਵਿੱਚ ਜ਼ੁਲਮ ਦੇ ਖਿਲਾਫ ਅਸਰਟ ਕਰਦੀ ਆ, ਜਾਂ ਇਹਦੇ ਵਿੱਚ ਅਸੀਂ ਦੇਹ ਦੀਆਂ ਜਿਹੜੀਆਂ ਚੀਜ਼ਾਂ ਆ ਗੁਰਬਾਣੀ 'ਚ, ਨੇਚਰ ਦੀਆਂ ਚੀਜ਼ਾਂ ਆ, ਉਹਨਾਂ ਨੂੰ ਅਸੀਂ ਨਾਲ ਜੋੜਦੇ ਹਾਂ ਕਿ ਇਹ ਗੁਰਬਾਣੀ ਨੇਚਰ ਨੂੰ ਰੈਲਿਸ਼ ਕਰਦੀ ਆ, ਇਹਦੇ 'ਚ ਜਿਹੜਾ ਮਤਲਬ ਕਿ ਸੰਸਾਰ ਆ ਉਹਦੇ ਨਾਲ ਰਿਲੇਸ਼ਨ ਆ, ਇਸ ਕਰਕੇ ਜਿਹੜਾ ਆ ਉਹਦੇ ਵਿੱਚ ਇਹ ਅਸੈਟਿਸਿਜ਼ਮ ਨੂੰ ਰਿਜੈਕਟ ਕਰਦੀ ਆ, ਇਹ ਤਿਆਗਵਾਦ ਨੂੰ ਰਿਜੈਕਟ ਕਰਦੀ ਗੁਰਬਾਣੀ। ਉਹ ਕੋਟੇਸ਼ਨਸ ਇਹਦੇ ਵਿੱਚ ਲਈਆਂ ਜਾਂਦੀਆਂ ਆ, ਤੇ ਇਹਦੇ ਜਿਹੜੇ ਇਤਿਹਾਸ ਦੇ ਵਿੱਚੋਂ ਵੇਰਵੇ ਨਾਲ ਫਿਰ ਜੋੜ ਲਏ ਜਾਂਦੇ ਆ। ਉਹ ਹੈਗੇ ਆ ਕਿ ਮੀਰੀ ਪੀਰੀ, ਭਗਤੀ ਸ਼ਕਤੀ, ਸੰਤ ਸਿਪਾਹੀ, ਕਿਰਤ। ਇਹਦੇ ਵਿੱਚ ਵੀ ਜਿਵੇਂ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਮੀਰੀ ਪੀਰੀ, ਭਗਤੀ ਸ਼ਕਤੀ ਜਾਂ ਸੰਤ ਸਿਪਾਹੀ ਨੂੰ ਵਰਤਦੇ ਹਾਂ ਤਾਂ ਉਹਦੇ ਵਿੱਚ ਸਾਡੀਆਂ ਪੋਲੀਟੀਕਲ ਕੋਨੋਟੇਸ਼ਨਸ ਜਿਹੜੀਆਂ ਡੋਮੀਨੇਟ ਕਰ ਜਾਂਦੀਆਂ ਆ, ਪਰ ਪੋਲੀਟੀਕਲ ਕੋਨੋਟੇਸ਼ਨਸ ਦੇ ਉੱਤੇ ਜਿਹੜੇ ਫਲਸਫੇ ਦੇ ਕੁਐਸਚਨ ਦੇ ਭਾਰ ਪੈਣੇ ਆ, ਜਾਂ ਉਹਦੀਆਂ ਇਨਰ ਕੰਟਰਾਡਿਕਸ਼ਨਸ ਜਾਗਣੀਆਂ ਆ, ਉਹ ਅਸੀਂ ਆਪਣੀ ਸਪਿਰਿਚੁਅਲਿਟੀ ਦੇ ਹਵਾਲੇ 'ਚ ਛੱਡ ਦਿੰਦੇ ਆ ਕਿ ਉਹ ਇਹਦਾ ਹੱਲ ਕਰੇਗੀ, ਤੇ ਉਹਦੀਆਂ ਕੋਟੇਸ਼ਨਸ ਵੱਖਰੀਆਂ ਰਹਿ ਜਾਂਦੀਆਂ। ਬਸ ਅਸੀਂ ਉਹਦੇ ਵਿੱਚੋਂ ਜਿਹੜੀ ਇੰਸਪੀਰੇਸ਼ਨ ਲੈਂਦੇ ਆ ਉਹ ਕੰਪੈਰੀਟਿਵ ਰਿਲੀਜਨ ਦੇ ਵਿੱਚ ਕਿਸੇ ਫੀਅਰ ਕਰਕੇ ਜਾਂ ਕਿਸੇ ਨੀਡ ਕਰਕੇ, ਜੈਨੂਅਨ ਨੀਡ ਕਰਕੇ ਵੀ ਮੈਂ ਕਹਿ ਸਕਦਾ, ਉਹ ਆਪਣੀ ਹਿਸਟਰੀ ਦੇ ਭੈ ਤੋਂ ਮੁਕਤ ਹੋਣ ਦੇ ਆਪਣੇ ਰਾਹ ਲੱਭਦੇ ਆ। ਇਹਦੇ ਵਿੱਚ ਜਿਹੜੀ ਮਤਲਬ ਕਿ ਜਿਹੜੇ ਮੁੱਥੂਮੁੰਡ ਸਾਹਿਬ ਦੀ ਜਿਹੜੀ ਕਿਤਾਬ ਆ, ਜਿਹੜੇ ਮੈਂ ਉਹਨਾਂ ਦੇ ਪੇਪਰ ਦਾ ਜ਼ਿਕਰ ਕੀਤਾ, ਉਹਦੇ ਵਿੱਚ ਉਹਨਾਂ ਨੇ ਇਹਦੀ ਹੋਰ ਵਿਆਖਿਆ ਉਹਨੂੰ ਫੈਲਾਇਆ ਆ। ਉਹਨਾਂ ਨੇ ਕਿਹਾ ਕਿ ਗੁਰਬਾਣੀ ਦੇ ਵਿੱਚ ਨੇਚਰ ਦੇ ਨਾਲ ਜਿਹੜਾ ਸੰਬੰਧ ਆ, ਨੇਚਰ ਆ ਰਹੀ ਹੈ ਗੁਰਬਾਣੀ 'ਚ, ਇਸ ਕਰਕੇ ਗੁਰਬਾਣੀ ਫਿਜ਼ੀਕਲ ਚੀਜ਼ਾਂ ਨੂੰ ਮਾਇਆ ਕਹਿ ਕੇ ਜਾਂ ਜੀਵਨ ਤੋਂ ਤਿਆਗਵਾਦੀ ਕਹਿ ਕੇ ਨਹੀਂ ਛੱਡਦੀ ਇਹਨਾਂ ਨੂੰ, ਜਾਂ ਇਹਦੀ ਟਰੁੱਥ ਮੇਕਿੰਗ ਦੇ ਪ੍ਰੋਸੈਸ ਦੇ ਵਿੱਚ ਨੇਚਰ ਵੀ ਸ਼ਾਮਲ ਆ। ਐਨਜੀਓ ਐਸਥੈਟਿਕਸ ਦਾ ਜ਼ਿਕਰ ਕਰਦੇ, ਇੱਕ ਕੈਟੇਗਰੀ ਉਹਨਾਂ ਨੇ ਐਸਥੈਟਿਕਸ ਬਣਾਈ ਆ ਕਿ ਜਗਤ ਦੇ ਨਾਲ ਸੰਬੰਧ ਦੇ ਵਿੱਚ ਗੁਰਬਾਣੀ ਐਸਥੈਟਿਕਸ ਨੂੰ ਵੀ ਮੰਨਦੀ ਆ, ਜਦ ਕਿ ਜਿਹੜੀਆਂ ਵਿਦਾਂਤਕ ਵਿਆਖਿਆਵਾਂ ਜਿਹੜੀਆਂ ਜਗਤ ਨੂੰ ਜਿਹੜਾ ਵਹਿਮ ਮੰਨਦੀਆਂ, ਉਹ ਇਸ ਨੂੰ ਐਸਥੈਟਿਕਸ ਦੇ ਨਾਲ ਨਹੀਂ ਜੋੜਦੇ। ਹਾਲਾਂਕਿ ਮੈਂ ਇੱਥੇ ਬੋਲਣਾ ਨਹੀਂ ਚਾਹੁੰਦਾ ਵੀ ਜਿਹੜੀ ਸ਼ੰਕਰ ਦੀ ਵਿਆਖਿਆ ਇਹ ਕਰ ਰਹੇ ਹਨ, ਮੇਰੇ ਥੋੜੇ ਜਿਹੇ ਉਹਦੇ ਨਾਲ ਮਤਭੇਦ ਹਨ, ਕਿਉਂਕਿ ਸ਼ੰਕਰ ਨੇ ਸੌਂਦਰਿਆ ਲਹਿਰੀ ਵੀ ਲਿਖੀ ਆ। ਸੋ ਸ਼ੰਕਰ ਜਿਹੜਾ ਆ ਉਹ ਸ਼ੈਵਾਈਟ ਵਿਆਖਿਆ ਕਰਦਾ ਪਿਆ ਆ ਵਿਦਾਂਤ ਦੀ, ਤੇ ਉਹਦੀ ਇੱਕ ਆਨੰਦ ਲਹਿਰੀ ਕਿਤਾਬ ਵੀ ਹੈਗੀ ਆ, ਤੇ ਉਹ ਤੰਤਰ ਦਾ ਬੰਦਾ ਆ, ਤੇ ਉਹਨੇ ਸ਼ੈਵ ਵਿਆਖਿਆ ਕੀਤੀ ਆ ਵਿਦਾਂਤ ਦੀ। ਸੋ ਇੱਥੇ ਮੈਂ ਥੋੜਾ ਜਿਹਾ ਉਧਰ ਜਾਣਾ ਨਹੀਂ ਚਾਹੁੰਦਾ ਕਿਉਂਕਿ ਇੱਕ ਵੱਖਰਾ ਟੌਪਿਕ ਆ, ਪਰ ਮੇਰੇ ਥੋੜੇ ਜਿਹੇ ਉਹਦੇ ਬਾਰੇ ਕਈ ਕੁਐਸਚਨਸ ਤੇ ਸ਼ੰਕੇ ਹੈਗੇ ਆ ਇਸ ਵਿਆਖਿਆ ਦੇ ਉੱਤੇ ਕਿ ਸ਼ੰਕਰ ਦੇ ਮਾਇਆ ਨੂੰ ਕਿਸ ਤਰ੍ਹਾਂ ਦੇਖਣਾ ਚਾਹੀਦਾ ਆ, ਕਿਉਂਕਿ ਸ਼ੰਕਰ ਦੀ ਬਾਕੀ ਜਿਹੜੀ ਸਾਰੀ ਪ੍ਰੈਕਟਿਸ ਆ ਉਹਦੇ 'ਚ ਜੀਵਨ ਦੇ ਨਾਲ ਰਿਲੇਸ਼ਨ ਬਹੁਤ ਜ਼ਿਆਦਾ, ਉਹਦੇ ਆਪਣੇ ਅਮਲ ਦੇ ਵਿੱਚ ਵੀ ਰਿਲੇਸ਼ਨ ਪਿਆ ਹੋਇਆ, ਤੇ ਭਾਵੇਂ ਉਹ ਨੈਗੇਟਿਵ ਆ ਪੋਜ਼ਿਟਿਵ ਆ ਵੱਖਰੀ ਗੱਲ ਆ। ਸੋ ਸਿਧਾਂਤਕ ਤੌਰ ਤੇ ਉਹਦੇ ਉਸ ਬਹਿਸ 'ਚ ਮੈਂ ਜਾਣਾ ਨਹੀਂ ਚਾਹੁੰਦਾ, ਪਰ ਇਹਨਾਂ ਨੇ ਫਿਰ ਅੱਗੇ ਦੱਸਿਆ ਕਿ ਜਿਹੜੀ ਗੁਰਬਾਣੀ ਦੇ ਵਿੱਚ ਜਿਹੜੀ ਕਲਰਫੁਲ ਅਰਥ ਆ ਉਹਦੀ ਪੇਸ਼ਕਾਰੀ ਹੋਈ ਆ, ਜਿਵੇਂ ਤੁਸੀਂ ਆਪਣਾ 12ਵਾਂ ਜਿਹੜਾ ਤੁਖਾਰੀ ਆ ਉਹਦੇ ਵਿੱਚ ਦੇਖ ਸਕਦੇ ਹੋ, ਜਾਂ ਇਹਦੇ 'ਚ ਬਿਰਹਨ ਦੇ ਪੈਸ਼ਨ ਤੁਸੀਂ ਦੇਖ ਸਕਦੇ ਹੋ। ਐਨਜੀ ਇਹਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਉਹਨਾਂ ਨੇ ਗੁਰਨਾਮ ਕੌਰ ਮੈਡਮ ਦੀਆਂ ਦੇ ਇਨਸਾਈਟਸ ਨੂੰ ਯੂਜ਼ ਕਰਕੇ ਦੱਸੀ, ਉਹਨੂੰ ਐਪਰੀਸ਼ੀਏਟ ਕਰਦੇ ਹੋਏ ਉਹਦਾ ਹਵਾਲਾ ਦਿੱਤਾ ਕਿ ਗੁਰਬਾਣੀ 'ਚ ਪਰਸੈਪਸ਼ਨ, ਰਿਫਲੈਕਸ਼ਨ ਤੇ ਕੰਟੈਂਪਲੇਸ਼ਨ 'ਚੋਂ ਜਿਹੜੀ ਟਰੁੱਥ ਦੀ ਕੰਸਟਰਕਸ਼ਨ ਹੁੰਦੀ ਆ ਉਹ ਵੀ ontological ਟਰੁੱਥ ਦੇ ਵਿੱਚ ਪਾਰਟਿਸਿਪੇਟ ਕਰਦੀ ਹੈ। ਇਹ ਪੁਆਇੰਟ ਕਾਫੀ ਜ਼ਬਰਦਸਤ ਪੁਆਇੰਟ ਆ। ਸੋ ਇਹਦੇ ਵਿੱਚ ਮਤਲਬ ਇਹ ਪੁਆਇੰਟ ਦਾ ਵਿਸਥਾਰ ਤਾਂ ਨਹੀਂ ਬਹੁਤਾ ਪੇਸ਼ ਕੀਤਾ ਜਾ ਸਕਿਆ, ਤੇ ਇਹ ਪੁਆਇੰਟ ਜਿਹੜਾ ਆ ਉਹਨਾਂ ਦੀ ਰਾਈਟਿੰਗ ਇੱਕ ਪੈਰਾਗ੍ਰਾਫ ਦੇ ਤੌਰ ਤੇ ਆ ਰਿਹਾ ਆ, ਪਰ ਉਹਨਾਂ ਦੀ ਜਿਹੜੀ ਟੋਟਲ ਵਿਆਖਿਆ ਆ ਜਿਹੜੀ ਕਿ ਵਨ ਸਾਈਡਡ ਆ, ਜਿਹੜੀ ਕਿ ਜਗਤ ਨੂੰ ਸੱਚਾ ਮੰਨ ਕੇ ਕੰਪੈਰੀਟਿਵ ਰਿਲੀਜਨ ਦੇਖ ਰਹੀ ਆ, ਉਹ ਉਹਦੇ ਭਾਰ ਥੱਲੇ ਦੱਬਿਆ ਹੋਇਆ ਪੁਆਇੰਟ ਆ। ਪਰ ਇਹ ਪੁਆਇੰਟ ਆਪਣੇ ਆਪ ਦੇ ਵਿੱਚ ਕਾਫੀ ਕਾਰਗਰ ਆ, ਮੈਂ ਇਹਨੂੰ ਥੋੜਾ ਜਿਹਾ ਅੱਗੇ ਜਾ ਕੇ ਟੱਚ ਕਰਾਂਗਾ। ਤੇ ਇਹਦੇ ਵਿੱਚ ਜਿਹੜੀ ਹੋਰ ਵੱਡੀ ਗੱਲ ਜਿਹੜੀ ਆ ਕਿ ਜਿਹੜੀ ਸਿੱਖ ਅਕੈਡਮਿਕਸ ਆ ਇਹਦੇ ਵਿੱਚ ਜਿਹੜੇ ਮਤਲਬ ਕਿ ਮੈਂ ਪਹਿਲਾਂ ਸਮਝਦਾ ਸੀਗਾ ਕਿ ਸਿਰਫ ਇੱਕੋ ਹੀ ਬੰਦਾ, ਇੱਕੋ ਹੀ ਸਕਾਲਰ ਆ ਜਿਹਨੇ ਜਿਹੜੀ ਅਧਿਆਤਮਕ ਪ੍ਰੈਕਟਿਸ ਨੂੰ ਐਪਿਸਟੇਮੋਲੋਜੀਕਲ ਟਰੁੱਥ ਦੀ ਕੰਸਟਰਕਸ਼ਨ 'ਚ ਸ਼ਾਮਲ ਕਰਾਇਆ। ਇਹ ਮੇਰੇ ਹਿਸਾਬ ਨਾਲ ਜਿਹੜੇ ਗੁਲਜ਼ਾਰ ਸਿੰਘ ਕੰਗ ਜੀ ਸੀਗੇ, ਉਹਨਾਂ ਦੀ ਕਿਤਾਬ ਜਿਹੜੀ ਸ਼ਬਦ, ਅਨੁਭਵ ਤੇ ਦਰਸ਼ਨ, ਇਹੀ ਇੱਕ ਕਿਤਾਬ ਹੈ ਅਕੈਡਮੀ ਦੀ। ਅਕੈਡਮੀ ਤੋਂ ਬਾਅਦ ਭਾਈ ਵੀਰ ਸਿੰਘ ਨੇ ਵੀ ਕਰਾਇਆ ਆ, ਉਹਨਾਂ ਦੀ ਜਿਹੜੀ ਸੰਥਿਆ ਆ ਉਹਦੇ ਵਿੱਚ ਉਹਨਾਂ ਨੇ ਕੀ ਨਾ ਇਹ ਅਰਥ ਦੀ ਕੰਸਟਰਕਸ਼ਨ ਦੇ ਵਿੱਚ
ਅਭਿਆਸ ਨੂੰ ਵਿੱਚ ਸ਼ਾਮਲ ਕਰਾਇਆ ਹੋਇਆ ਸੰਥਿਆ ਦੇ ਵਿੱਚ, ਉਹ ਬੜੀ ਵੱਡੀ ਚੀਜ਼ ਆ। ਸੰਥਿਆ ਦੇ ਵਿੱਚ ਅਭਿਆਸ ਸ਼ਾਮਲ ਹੋ ਜਾਣਾ, ਮੀਨਿੰਗ ਦੀ ਕੰਸਟਰਕਸ਼ਨ 'ਚ ਅਭਿਆਸ ਸ਼ਾਮਲ ਹੋਣਾ, ਅਧਿਆਤਮਕ ਪ੍ਰੈਕਟਿਸ ਸ਼ਾਮਲ ਹੋਣੀ, ਇਹ ਗੱਲ ਬਹੁਤ ਵੱਡੀ ਗੱਲ ਆ। ਪਰ ਇਹਨਾਂ ਦੇ ਲੇਖ ਦੇ ਵਿੱਚ ਇਹ ਸਪਰੈਸਡ ਆ, ਉਂਝ ਆ ਗਈ ਹੈ, ਇਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਆ। ਤੇ ਇਹ ਗੁਰਨਾਮ ਕੌਰ ਜੀ ਦੀ ਕੰਟਰੀਬਿਊਸ਼ਨ ਆ ਜਿਹਨੂੰ ਰੈਕੋਗਨਾਈਜ਼ ਕੀਤਾ ਮੁਥੂਮਨ ਸਾਹਿਬ ਨੇ। ਸੋ ਦੂਜੇ ਨੰਬਰ ਤੇ ਜਿਹੜਾ ਆ ਮਤਲਬ ਕਿ ਵੀ ਉਹ ਜਿਹੜੀ ਪ੍ਰੈਕਟਿਸ ਆ ਉਹ ਕੰਸਟਰਕਸ਼ਨ ਕਰਦੀ ਆ ਮੀਨਿੰਗ ਦੀ, ਇਹ ਇਹਨਾਂ ਨੇ ਕਰਾਇਆ। ਪਰ ਡੋਮੀਨੈਂਸ ਜਿਹੜੀ ਆ ਉਸੇ ਕੰਪੈਰੀਟਿਵ ਰਿਲੀਜਨ ਦੀ ਰਹਿੰਦੀ ਆ। ਸੋ ਹੁਣ ਮੇਰਾ ਜਿਹੜਾ ਮਤਲਬ ਕਿ ਅਗਲਾ ਪੁਆਇੰਟ ਆ, ਤੀਜਾ ਪੁਆਇੰਟ, ਇਸ ਤੋਂ ਬਾਅਦ ਮੈਂ ਇਹਦੀ ਬਹਿਸ ਬਣਾਵਾਂਗਾ। ਤੀਜਾ ਪੁਆਇੰਟ ਥੋੜਾ ਡਿਸਕ੍ਰਿਪਟਿਵ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਬਾਣੀ ਆ, ਇਹਦੇ ਉੱਤੇ ਜਿਹੜੀ ਡਾਕਟਰ ਭਾਰਤਵੀਰ ਜੀ ਕੌਰ ਜੀ ਦੀ ਜਿਹੜੀ ਕਿਤਾਬ ਆ, ਸ੍ਰੀ ਗੁਰੂ ਤੇਗ ਬਹਾਦਰ ਬਾਣੀ ਦਾ ਚਿੰਤਨ ਪ੍ਰਬੰਧ, ਇਹਦੇ ਵਿੱਚ 181 ਸਫ਼ੇ ਤੇ ਜਿਹੜਾ ਉਹਨਾਂ ਦਾ ਜਗਤ ਦੇ ਸੰਬੰਧ ਦੇ ਵਿੱਚ ਜਿਹੜਾ ਪੈਟਰਨ ਬਣਾਇਆ ਆ ਚੇਨ ਪ੍ਰਬੰਧ ਦਾ, ਉਹਦਾ ਚਾਰਟ ਬਣਾਇਆ ਹੋਇਆ ਉਹਨਾਂ ਨੇ। ਉਹ ਚਾਰਟ ਮੈਨੂੰ ਇੱਥੇ ਪੇਸ਼ ਨਹੀਂ ਕਰਨਾ ਹੁੰਦਾ, ਨਹੀਂ ਤੇ ਉਹ ਬੱਚਿਆਂ ਨੂੰ ਕਾਫੀ ਫਾਇਦਾ ਹੋ ਸਕਦਾ ਸੀ। ਉਹ ਚਾਰਟ ਦੇ ਉਹਨਾਂ ਨੇ ਜਿਹੜੇ 2 ਸਟੈਪ ਬਣਾਏ ਆ। ਉਹਦਾ ਪਹਿਲਾ ਹੈ ਜਗਤ ਦੇ ਗੁਣ, ਇਹਦੇ ਚ ਉਹਨਾਂ ਨੇ 2 ਹਿੱਸੇ ਵੰਡੇ ਆ। ਇਹ ਲੌਕਿਕ ਦੇ ਵਿੱਚ ਨਾਸ਼ਮਾਨ ਅਤੇ ਖਿੰਨ ਭੰਗਰ। ਜਿਹੜਾ ਦੂਜਾ ਬਣਾਇਆ ਉਹਨਾਂ ਨੇ ਜਗਤ ਦੇ ਗੁਣ ਚ ਪਾਰਲੌਕਿਕ, ਉਹ ਸਦੀਵੀ ਤੇ ਸਥਿਰ ਹੈ। ਫਿਰ ਉਹਨਾਂ ਨੇ ਜਗਤ ਦੇ ਤੱਤ ਬਣਾਏ ਆ, ਇੱਕ ਸਥੂਲ ਤੱਤ ਬਣਾਏ ਆ। ਸਥੂਲ ਤੱਤਾਂ ਨੂੰ ਉਹਨਾਂ ਨੇ ਇੱਕ ਰਿਸ਼ਤੇਦਾਰੀ ਦੀ ਕੈਟੇਗਰੀ ਚ ਵੰਡਿਆ। ਰਿਸ਼ਤੇਦਾਰ ਜਿਹੜੇ ਉਹਦੇ ਚ ਇਸਤਰੀ, ਪੁੱਤਰ, ਭਰਾ, ਮਾਤਾ ਪਿਤਾ, ਤੇ ਜਿਹੜਾ ਦੂਜੇ ਹੋਰ ਰਿਸ਼ਤੇ ਆ ਉਹਦੇ ਚ ਜੀਵ, ਲੋਕ, ਮਿੱਤਰ, ਸਖਾ, ਧਨ ਪਦਾਰਥ, ਦੌਲਤ, ਗ੍ਰਹਿ, ਇਹ ਇੱਕ ਕੈਟੇਗਰੀ ਹੈ। ਦੂਜੀ ਸੂਖਮ ਕੈਟੇਗਰੀ ਹੈ ਜਗਤ ਦੇ ਤੱਤਾਂ ਦੀ, ਉਹ ਹੈ ਜਨਮ, ਮਰਨ, ਦੁੱਖ, ਚਿੰਤਾ, ਸਵਾਰਥ ਤੇ ਪ੍ਰਭੂ ਮਿਲਾਪ। ਮਤਲਬ ਕਿ ਇਹਦੇ ਚ ਅਸੀਂ ਦੇਖਦੇ ਹਾਂ ਕਿ ਗੁਰੂ ਸਾਹਿਬ ਦਾ ਜਿਹੜਾ ਜਗਤ ਸੰਬੰਧੀ ਜਿਹੜਾ ਪਸਾਰ ਆ, ਉਹਦੇ ਵਿੱਚ ਜਗਤ ਜਿਹੜਾ ਧੂਏ ਦਾ ਪਹਾੜ, ਬਾਦਰ ਕੀ ਛਾਈ, ਬੁੱਧਬਦਾ, ਸੁਪਨਾ, ਮ੍ਰਿਗ ਤ੍ਰਿਸ਼ਨਾ, ਬਾਰੂ ਕੀ ਭੀਤ। ਭਾਵ ਵੀ ਇਹਦੇ ਚ ਜਿਹੜੀ ਅਸੀਂ ਪਹਿਲਾਂ ਵਿਆਖਿਆ ਕਰਕੇ ਹਟੇ ਹਾਂ ਸਾਡੇ ਸਿਧਾਂਤਕਾਰਾਂ ਦੀ, ਜਿਨ੍ਹਾਂ ਨੇ ਜਗਤ ਸੱਚਾ ਲੈ ਕੇ ਕੰਪੈਰੀਟਿਵ ਰਿਲੀਜਨ ਦੇ ਨੁਕਤੇ ਤੋਂ ਆਪਣੀ ਸੋਸ਼ੋਲੋਜੀਕਲ ਤੇ ਪੋਲੀਟੀਕਲ ਤੇ ਹਿਸਟੋਰੀਕਲ ਸਿਚੁਏਸ਼ਨ ਦੀ ਟਰੁਥ ਮੇਕਿੰਗ ਦੀ ਕੰਸਟਰਕਸ਼ਨ ਕਰਕੇ ਗੁਰਬਾਣੀ ਨੂੰ ਕੰਪੈਰੀਟਿਵਲੀ ਤਾਂ ਉਹਦੇ ਤੋਂ ਵਿਕਟੋਰੀਅਸ ਬਣਾ ਲਿਆ ਤੇ ਆਪਣੇ ਭੈ ਨੂੰ ਵੀ ਨਿਵਰਤ ਕਰਨ ਦੀ ਇੱਕ ਸਿਧਾਂਤਕਾਰੀ ਕਰ ਲਈ। ਪਰ ਗੁਰਬਾਣੀ ਦੇ ਸਾਰੇ ਤੱਥ ਉਹਦੇ ਵਿੱਚ ਸ਼ਾਮਲ ਨਹੀਂ ਗਏ। ਸੋ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਬ੍ਰਹਿਮੰਡ ਸਿਧਾਂਤ ਆ, ਉਸ ਸਿਧਾਂਤਕਾਰੀ ਦੇ ਵਿੱਚ ਪ੍ਰੋਮੀਨੈਂਟ ਪਲੇਸ ਨਹੀਂ ਰੱਖਦਾ। ਸੋ ਜਗਤ ਸੱਚਾ ਤੇ ਜਗਤ ਧੂਏ ਦਾ ਪਹਾੜ, ਇਹਦੀ ਅੰਤਰ ਸੰਬੰਧਤਾ ਦੇ ਵਿੱਚੋਂ ਗੁਰੂ 'ਚ ਐਕਸ਼ਨ ਕਿੰਜ ਪੈਦਾ ਹੁੰਦਾ ਆ। ਸੋ ਜਦੋਂ ਸ਼ੰਕਰਾਚਾਰੀਏ ਦੇ ਵਿੱਚ ਜਗਤ ਜਿਹੜਾ ਆ ਉਹ ਮਿੱਥਿਆ ਹੈ, ਤੇ ਸਾਰੇ ਸਾਡੇ ਸਕਾਲਰਸ ਜਿਹੜੇ ਆ ਇਹਨਾਂ ਨੇ ਕਿਹਾ ਕਿ ਉਹਦੇ 'ਚ ਪੈਸਿਵਿਟੀ ਹੈ, ਇਨਐਕਟਿਵ ਹੈ, ਤੇ ਉਹ ਹਿਸਟੋਰੀਕਲੀ ਡਾਇਨਾਮਿਕ ਨਹੀਂ ਹੈ, ਉਹਦੇ 'ਚ ਤਿਆਗਵਾਦ ਹੈ, ਉਹਦੇ 'ਚ ਬੋਡੀ ਰਸਿਕਤਾ ਨਹੀਂ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚ ਜਗਤ ਧੂਏ ਦਾ ਪਹਾੜ ਹੁੰਦੇ ਹੋਏ ਉਹਦੇ ਵਿੱਚ ਰਾਗ ਪੈਦਾ ਕਰਦੇ ਆ ਗੁਰੂ ਸਾਹਿਬ ਜਜਵੰਤੀ। ਮਿਊਜ਼ਿਕ ਦੀਆਂ ਡਾਇਮੈਂਸ਼ਨਸ ਦਾ ਰਾਗ ਪੈਦਾ ਕਰਨਾ, ਆਪਣੇ ਆਪ ਦੇ ਵਿੱਚ ਇੱਕ ਕਾਸਮੋਸ ਕ੍ਰੀਏਟ ਕਰਨਾ ਮਿਊਜ਼ਿਕ ਦਾ। ਸੋ ਉਹਦੇ ਤੇ ਦੂਜਾ ਉਹਦੇ 'ਚ ਸ਼ਹਾਦਤ ਆ, ਉਹਦੇ 'ਚ ਗੁਰਿਆਈ ਆ, ਉਹਦੇ ਵਿੱਚੋਂ ਦੀ ਗੁਰੂ ਸਾਹਿਬ ਸਾਖੀ ਨਿਯਮ ਪੇਸ਼ ਕਰਦੇ ਆ। ਸਾਖੀ ਨਿਯਮ ਜਿਹੜਾ ਆ ਉਹ ਸ਼ਬਦ ਦੀ ਕਾਸਮਿਕ ਡਾਇਮੈਂਸ਼ਨ ਨੂੰ ਨਾਮ ਰਸਿਕਤਾ ਦੇ ਕਨੈਕਸ਼ਨ 'ਚ ਲਿਆ ਕੇ ਕਨਵਰਟੀਬਲ ਬਣਾ ਦੇਣਾ, ਦੇਹ ਨੂੰ ਆਤਮਾ ਦੇ ਕਨਵਰਟੀਬਲ ਬਣਾ ਦੇਣ ਦਾ ਨਾਮ ਹੁੰਦਾ ਸਾਖੀ ਨਿਯਮ। ਸੋ ਜਿਹਦੀ ਸ਼ਰਨ ਦੇ ਵਿੱਚ ਹਿਸਟਰੀ ਚੱਲਦੀ ਆ। ਸੋ ਮੈਂ ਇੱਕ ਤਰ੍ਹਾਂ ਕਹਾਂਗਾ ਕਿ ਜਿਹੜੀ ਜਗਤ ਧੂਏ ਦਾ ਪਹਾੜ ਤੇ ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਇਹਦੀ ਅੰਤਰ ਸੰਬੰਧਤਾ ਦੇ ਰਾਜ 'ਚੋਂ ਐਕਸ਼ਨ ਕਿੰਜ ਪੈਦਾ ਹੋਇਆ, ਇਸ ਦਾ ਕਾਸਮੋਲੋਜੀਕਲ ਜਿਹੜਾ ਐਨਾਲਿਸਿਸ ਆ ਉਹ ਸਿੱਖ ਪੰਥ ਦੇ ਵਿੱਚ ਅਕਹਿਰੇਪਣ ਦੀਆਂ ਤੇ ਲਿਮਟਿਡ ਸਾਈਕੋਲੋਜੀ ਦੇ ਅਧੀਨ ਆ ਗਿਆ। ਸੋ ਗੁਰੂ ਤੇਗ ਬਹਾਦਰ ਸਾਹਿਬ ਦਾ ਅਸੀਂ ਪੁਰਬ ਮਨਾ ਰਹੇ ਹਾਂ। ਸੋ ਉਹਨਾਂ ਦੀ ਇਹ ਇਨਸਾਈਟ ਜਿਹੜੀ ਆ ਕਿ ਜਗਤ ਧੂਏ ਦਾ ਪਹਾੜ ਜਾਂ ਫੇਰ ਬੁੱਧਬਦਾ, ਇਹ ਸਾਰਾ ਪਸਾਰ ਜਿਹੜਾ ਜੇ ਅਸੀਂ ਇਹਨੂੰ ਵਿੱਚ ਸ਼ਾਮਲ ਕਰਕੇ ਐਨਾਲਿਸਿਸ ਕਰੀਏ ਤਾਂ ਅਸੀਂ ਜਿਹੜਾ ਸਾਡਾ ਪਹਿਲਾ ਐਨਾਲਿਸਿਸ ਹੋਇਆ ਉਹਦੀਆਂ ਸੀਮਾਵਾਂ ਤੋਂ ਬਾਹਰ ਆ ਸਕਦੇ ਹਾਂ। ਸੋ ਅੱਜ ਦੇ ਮੇਰੇ ਲੈਕਚਰ ਦਾ ਜਿਹੜਾ ਮੇਨ ਤਣਾਅ ਵਾਲਾ ਪੁਆਇੰਟ ਆ, ਐਨਾਲਿਸਿਸ ਵਾਲਾ ਪੁਆਇੰਟ ਆ, ਜੋ ਮੇਰਾ ਮੇਨ ਕੁਐਸਚਨ ਆ, ਉਹ ਇਹੀ ਟੈਨਸ਼ਨ ਆ। ਸੋ ਇਹਦੇ ਵਿੱਚ ਜਿਹੜਾ ਆ ਉਹਦੀ ਗੁਰੂ ਸਾਹਿਬ ਜਗਤ ਨਾਸ਼ਮਾਨਤਾ ਮੰਨਦੇ ਹੋਏ ਐਕਸ਼ਨ, ਸ਼ਹਾਦਤ ਤੇ ਗੁਰੂ ਸਾਖੀਆਂ ਦੇ ਵਿੱਚ ਗੁਰੂ ਸਾਹਿਬ ਵੱਖਰੇ ਵੱਖਰੇ ਸਿੱਖਾਂ ਨੂੰ ਤੀਰ ਬਖਸ਼ਦੇ ਆ, ਜਾਂ ਗੁਰੂ ਸਾਹਿਬ ਆਪ ਘੋੜੇ ਤੇ ਰਹਿੰਦੇ ਆ। ਜਿਵੇਂ ਮੈਂ ਪਿਛਲੇ ਲੈਕਚਰ 'ਚ ਵੀ ਦੱਸਿਆ ਕਿ ਉਹ ਇੱਕ
ਜਿਹੜੀ ਕ੍ਰਿਸ਼ਨ ਰਿਸੈਪਸ਼ਨ ਆ ਉਹਦੇ ਲਿਮਿਟ, ਉਹਦੀ ਜਿਹੜੀ ਹਿਸਟੋਰੀਸਿਟੀ ਹਿਸਟੋਰੀਓਗ੍ਰਾਫੀ ਦੀ ਲਿਮਿਟੇਸ਼ਨ ਆ, ਉਹਦੇ ਚ ਸਿੰਬੋਲਿਕਲੀ ਜਿਹੜਾ ਘੋੜੇ ਦੇ ਸਮੇਤ ਚਲੇ ਜਾਂਦੇ। ਸੋ ਉਹਦੀ ਵਿਆਖਿਆ ਮੈਂ ਵੱਖਰੇ ਲੈਕਚਰ ਚ ਕੀਤੀ ਹੈ। ਮੇਰਾ ਮਤਲਬ ਹੈ ਵੀ ਜਿਹੜੀ ਨਾਸ਼ਮਾਨਤਾ ਆ ਉਹਦੇ ਵਿੱਚੋਂ ਇਸ ਤਰ੍ਹਾਂ ਦਾ ਡਾਇਨਾਮਿਕ ਐਕਸ਼ਨ ਕਿੰਝ ਪੈਦਾ ਹੁੰਦਾ, ਇਹਦੀ ਸਿਧਾਂਤਕਾਰੀ ਕੀ ਹੈ। ਤੇ ਇਹ ਨਾਸ਼ਮਾਨਤਾ ਜਿਹੜੀ ਹੈ ਇਲੂਜ਼ਨ ਵਾਲੀ ਨਹੀਂ ਹੈ, ਇਹ ਸੱਚੇ ਤੇਰੇ ਖੰਡ ਨਾਲ ਜੁੜੀ ਹੋਈ ਨਾਸ਼ਮਾਨਤਾ ਹੈ। ਇਸ ਕਰਕੇ ਡਿਫਰੈਂਟ ਆ, ਜਿਵੇਂ ਕਿ ਸੁਖਵਿੰਦਰ ਸਿੰਘ ਜੀ ਨੇ ਲੈਕਚਰ 'ਚ ਦੱਸਿਆ ਕਿ ਵਿਰਾਗ ਡਿਫਰੈਂਟ ਆ। ਸੋ ਇਹਦੇ ਵਿੱਚ ਜਿਹੜਾ ਆ ਮਤਲਬ ਕਿ ਇੱਕ ਹੋਰ ਪੁਆਇੰਟ ਜਿਹੜਾ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਪਹਿਲੇ ਸਕਾਲਰ ਸੀਗੇ ਜਿਨ੍ਹਾਂ ਨੇ ਐਨਾਲਿਸਿਸ ਕੀਤਾ, ਉਹਨਾਂ ਨੇ ਇਕੱਲੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਜਿਹੜੇ ਕੋਸਮੋਲੋਜੀਕਲ ਪਸਾਰ ਆ ਉਹਨਾਂ ਨੂੰ ਨਜ਼ਰਅੰਦਾਜ਼ ਹੀ ਨਹੀਂ ਕੀਤਾ। ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਵੀ ਜਿਹੜੇ, ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਜਗ ਧੂਵੇ ਕਾ ਧਵਲ ਹਰ, ਇਹ ਗੁਰੂ ਨਾਨਕ ਸਾਹਿਬ ਦੀ ਪੰਕਤੀ ਹੈ। ਇੰਝ ਹੀ ਜਿਹੜਾ ਪੰਜਵੇਂ ਪਾਤਸ਼ਾਹ ਨੇ ਕਿਹਾ ਧੂਮ ਬਹਾਦਰ ਸਭ ਮਾਇਆ ਸਾਜ। ਸੋ ਜਾਂ ਜਿਹੜੀ ਆਸਾ ਦੀ ਵਾਰ ਦੇ ਵਿੱਚ ਆਉਂਦਾ ਕੂੜ ਰਾਜਾ ਕੂੜ ਪਰਜਾ। ਸੋ ਇਹਦਾ ਮਤਲਬ ਹੈ ਕਿ ਅਸੀਂ ਜਿਹੜੀ ਇਹ ਵਿਆਖਿਆ ਕੀਤੀ ਇਹਦੇ ਚ ਅਸੀਂ ਕੁਝ ਨਾ ਕੁਝ ਕਿਸੇ ਇਤਿਹਾਸਕ ਟੈਨਸ਼ਨ ਦੇ ਵਿੱਚ ਖੜੇ ਹੋਏ ਹਾਂ। ਅਸੀਂ ਗੁਰਬਾਣੀ ਦੀ ਸਮੁੱਚਤਾ, ਉਹਦੇ ਅਸੀਂ ਗੁਰਬਾਣੀ ਦੀ ਪੰਕਤੀ ਨੂੰ ਨਜ਼ਰਅੰਦਾਜ਼ ਕਰਕੇ ਕਿਸ ਤਰ੍ਹਾਂ ਆਪਣੀ ਵਿਆਖਿਆ ਨੂੰ ਸੰਪੂਰਨ ਕਹਿ ਸਕਦੇ ਹਾਂ। ਸੋ ਉਹਨੂੰ ਵਿੱਚ ਰੱਖ ਕੇ ਕੋਈ ਵੀ ਇੰਟਰਪ੍ਰੀਟੇਸ਼ਨ ਕਰੋ, ਉਹ ਹੋ ਸਕਦੀ, ਪਰ ਤੁਸੀਂ ਆਪਣੇ ਡਾਟੇ ਨੂੰ ਆਪ ਹੀ ਆਪਣੇ ਪਰਸਪੈਕਟਿਵ ਦੇ ਨੁਕਤੇ ਤੋਂ ਬਾਹਰ ਕੱਢ ਦਿਓ। ਇਹ ਵਿਆਖਿਆ ਜਿਹੜੀ ਹੈ ਯੂਨੀਵਰਸਲ ਤੇ ਲੋਕਲ ਦੇ ਬੈਲੈਂਸ ਨਹੀਂ ਬਣਾ ਸਕਦੇ, ਨਾ ਹੀ ਉਹਨਾਂ ਦੀ ਜਿਹੜੀ ਹੈ ਇੰਟਰਲੇਸ਼ਨ ਨੂੰ ਤੇ ਨਾ ਹੀ ਉਹਨਾਂ ਦੀ ਜਿਹੜੀ ਇੱਕ ਦੂਜੇ 'ਚ ਪਲਟ ਜਾਣ ਦੀ ਸ਼ਕਤੀ ਆ ਉਹਦੀ ਕਰਤਾਰਤਾ ਨੂੰ ਪੇਸ਼ ਕਰ ਸਕਦੇ। ਸੋ ਇਹਦੇ ਵਿੱਚ ਜਿਹੜਾ ਆ ਗੁਰੂ ਘਰ ਦੇ ਵਿੱਚ ਰਸਿਕ ਬੈਰਾਗੀ ਆਉਂਦਾ, ਗ੍ਰਸਤ ਉਦਾਸੀ ਆਉਂਦਾ ਆ। ਇਹ ਪਸਾਰ ਜਿਹੜੇ ਆ ਇਹ ਸਾਰੇ ਅਸੀਂ ਆਪਣੀ ਜਿਹੜੀ ਬ੍ਰਹਿਮੰਡ ਸਿਧਾਂਤ ਜਿਹਦੇ ਚੋਂ ਅਸੀਂ ਆਪਣਾ ਟਾਈਮ ਸਪੇਸ ਨਿਸ਼ਚਿਤ ਕੀਤਾ ਹੋਇਆ ਉਹਦੇ ਵਿੱਚੋਂ ਬਾਹਰ ਕੱਢ ਲਏ। ਮਤਲਬ ਅਸੀਂ ਆਪ ਹੀ ਆਪਣੀ ਸਿਧਾਂਤਕਾਰੀ ਨਾਲ ਆਪਣੀਆਂ ਮਾਨਸਿਕ ਸਮਾਜਿਕ ਲੋੜਾਂ ਚੋਂ ਉਹ ਕੰਸਟਰਕਸ਼ਨ ਕਰ ਲਈ ਕਿ ਗੁਰਬਾਣੀ ਦੀਆਂ ਪੰਕਤੀਆਂ ਹੀ ਬਾਹਰ ਰੱਖਣਾ ਸਾਡਾ ਫਰਜ਼ ਬਣ ਗਿਆ। ਇੱਕ ਤਰ੍ਹਾਂ ਸਾਨੂੰ ਉਹਦੀ ਮਜਬੂਰੀ ਬਣ ਗਈ ਹੈ। ਜੇ ਉਹ ਵਿੱਚ ਆ ਜਾਣ ਤਾਂ ਸਾਡਾ ਥੀਸੀ ਟੁੱਟਦਾ ਆ ਤੇ ਅਸੀਂ ਫਿਰ ਉਹਦੇ ਬਾਰੇ ਸਾਇਲੈਂਟ ਹੋ ਜਾਂਦੇ ਹਾਂ। ਇਸੇ ਤਰ੍ਹਾਂ ਹੀ ਭੱਟ ਬਾਣੀ ਨਾਲ ਹੋ ਰਿਹਾ। ਭੱਟ ਬਾਣੀ ਦਾ ਬਹੁਤ ਸਾਰਾ ਜਿਹੜਾ ਚੀਜ਼ਾਂ ਅਸੀਂ ਬਾਹਰ ਰੱਖ ਰਹੇ ਹਾਂ, ਜਾਂ ਕੀਰਤਨ ਪਰੰਪਰਾ 'ਚ ਵੀ ਬਹੁਤ ਸਾਰੇ ਕ੍ਰਾਈਸਿਸ ਵਾਪਰ ਰਹੇ, ਅਸੀਂ ਕੋਈ ਸ਼ਬਦ ਬਾਹਰ ਰੱਖ ਰਹੇ ਹਾਂ। ਸੋ ਇਹ ਕਿਸ ਤਰ੍ਹਾਂ ਦੀ ਸਾਡੀ ਸ਼ਬਦ ਨੂੰ ਮੰਨਣ ਦੀ ਪ੍ਰਵਿਰਤੀ ਹੈ ਕਿ ਸਾਡੀ ਸਿਧਾਂਤਕਾਰੀ ਸਾਡੇ ਡਰਾਂ ਦੇ ਵਿੱਚੋਂ ਬਣੇ, ਉਹਦਾ ਚੋਲਾ ਜਿਹੜਾ ਆ ਉਹ ਗੁਰਬਾਣੀ ਦਾ ਤੇ ਸਿੱਖ ਟ੍ਰੈਡੀਸ਼ਨ ਦਾ ਹੋਵੇ ਤੇ ਉਹ ਜਿਹੜੀ ਆ ਸਾਨੂੰ ਸੀਮਤ ਕਰਦੀ ਜਾਵੇ। ਸੋ ਇਹਦੇ ਨਾਲ ਸਾਡੀਆਂ ਪ੍ਰੋਬਲਮਸ ਬਹੁਤ ਵੱਧ ਜਾਣਗੀਆਂ। ਸੋ ਇਹ ਮੇਰਾ ਕੁਐਸਚਨ ਆ, ਇਹਨੂੰ ਜਿਹੜਾ ਫੋਲਣਾ ਚਾਹੀਦਾ ਆ। ਸੋ ਇਹਦੇ ਵਿੱਚ ਜਿਹੜੀ ਇਹ ਪ੍ਰਵਿਰਤੀ ਚੱਲੀ, ਇਹ ਕਿਉਂ ਚੱਲੀ, ਇਹਦੇ ਕੁਝ ਕਾਰਨ ਤੇ ਮੈਂ ਦੱਸ ਚੁੱਕਾ। ਕੁਝ ਇਹਦੇ ਤੇ ਜਿਹੜੇ ਹਿਸਟਰੀ ਦੇ ਪ੍ਰੈਸ਼ਰਸ ਹੋਣ ਕਰਕੇ, ਜਿਹੜੇ ਕੰਪੈਰੀਟਿਵ ਰਿਲੀਜਨ ਦੇ ਤੇ ਜਿਹੜੀ ਸਾਡੀ ਫਿਊਡਲਾਈਜੇਸ਼ਨ ਹੋਈ ਆ ਸਿੱਖ ਹਿਸਟਰੀ ਦੀ, ਉਹਦੇ ਵਿੱਚੋਂ ਜਿਹੜੀ ਰਿਫਾਰਮਿਸਟ ਮੂਵਮੈਂਟ ਚੱਲੀ, ਰਿਫਾਰਮਿਸਟ ਮੂਵਮੈਂਟ ਦੇ ਇੰਸਟੀਟਿਊਸ਼ਨਸ ਨੂੰ ਦੁਬਾਰਾ ਉਸੇ ਜਿਹੜੀ ਹਾਈਜੈਕਿੰਗ ਹੋਈ ਸਿੱਖੀ ਦੀ ਮਿਸਲ ਪੀਰੀਅਡ ਤੋਂ ਬਾਅਦ, ਉਸੇ ਹੀ ਮਾਨਸਿਕਤਾ ਨੇ ਇਹਨਾਂ ਇੰਸਟੀਟਿਊਸ਼ਨ ਨੂੰ ਦੁਬਾਰਾ ਹਾਈਜੈਕ ਕਰ ਲਿਆ। ਸੋ ਇਸ ਹਾਈਜੈਕ, ਇਹਨਾਂ ਇੰਸਟੀਟਿਊਸ਼ਨ ਦੇ ਇਹਨਾਂ ਇੰਟਰਪ੍ਰੀਟੇਸ਼ਨ ਦੇ ਜਿਹੜੇ ਹਾਈਜੈਕਿੰਗ ਹੋਣ ਨਾਲ ਇਹਦੇ ਵਿੱਚ ਦੋ ਸਕੂਲਸ ਬਣ ਗਏ ਜਾਂ ਤਿੰਨ ਬਣ ਗਏ, ਦੋ ਬਣ ਗਏ, ਫਿਰ ਅੱਗੋਂ ਇੱਕ ਦੇ ਫਿਰ ਦੋ ਬਣ ਗਏ। ਸੋ ਉਹ ਜਿਹੜੇ ਬਣ ਗਏ, ਇੱਕ ਤਾਂ ਬਣ ਗਿਆ ਕਿ ਅਸੀਂ ਇਹਨਾਂ ਇੰਸਟੀਟਿਊਸ਼ਨਸ ਨਾਲ ਸਿੱਖ ਕਮਿਊਨਿਟੀ ਦੀ ਜਿਹੜੀ ਵੀ ਵਿਆਖਿਆ ਹੋਈ ਆ ਤੇ ਅਸੀਂ ਜਿਹੜੀ ਵੀ ਸਿਧਾਂਤਕਾਰੀ 'ਚ ਉਹਨੂੰ ਬੰਨ ਲਿਆ, ਉਹਨੂੰ ਅਸੀਂ ਜਿਹੜਾ ਨੈਸ਼ਨਲ ਪਰਸਪੈਕਟਿਵ ਆ ਉਹਦੇ ਅਨੁਕੂਲ ਕਰਕੇ ਚੱਲੀਏ, ਜਿਹੜਾ ਕਿ ਵਿਸ਼ਵ ਦੇ ਵਿੱਚ ਕ੍ਰਿਸਚੀਅਨ ਸਟ੍ਰੈਟਜੀ, ਵੈਸਟਰਨ ਕ੍ਰਿਸਚੀਅਨਿਟੀ ਦੀ ਸਟ੍ਰੈਟਜੀ ਦੇ ਵਿੱਚ ਵਾਈਟ ਰੇਸ ਨੇ ਜਿਹੜੀ ਸੈਕੂਲਰ ਪੋਲਿਟਿਕਸ ਬਣਾਈ ਕ੍ਰਿਸਚੀਅਨਿਟੀ ਨੂੰ ਸੇਫ ਕਰਨ ਲਈ, ਤੇ ਉਹਦੇ ਮਾਡਲਸ ਦੇ ਅਧੀਨ ਨੈਸ਼ਨਲ ਸਟਰਕਚਰ ਦੇ ਰਾਹੀਂ ਜਾਈਏ। ਹਾਲਾਂਕਿ ਇਹਨੂੰ ਵੀ ਇਹ ਪੂਰਾ ਸਿਧਾਂਤਕ ਤੌਰ ਤੇ ਰਿਅਲਾਈਜ਼ ਨਹੀਂ ਕਰਦੇ, ਮੌਕਾ ਪ੍ਰਸਤੀਆਂ ਕਰਦੇ ਆ। ਇਸ ਕਰਕੇ ਕੋਈ ਵੀ ਸਿੱਖ ਸਾਡੀ ਪ੍ਰੈਕਟਿਸ ਆ ਉਹਦੇ ਚ ਕੋਈ ਵੀ ਟਰੁੱਥ ਜਿਹੜਾ ਆ ਉਹ ਬੜਾ ਸਿਸਟਮੈਟਿਕ ਢੰਗ ਨਾਲ ਸਕੂਲ ਨਹੀਂ ਬਣਦਾ। ਅਸੀਂ ਵਰਤੋਂ ਦੀਆਂ ਲੋੜਾਂ, ਥੋੜੀਆਂ ਮਸ਼ਖਰੀਆਂ, ਥੋੜੀਆਂ ਨਿੰਦਿਆ ਚੁਗਲੀ ਦੀਆਂ ਪ੍ਰਵਿਰਤੀਆਂ, ਥੋੜੀਆਂ ਇੱਕ ਮਡੀਵੀਅਲ ਜੀ ਅਣਖ, ਮੈਂ ਜਿੱਤ ਲਾਂਗਾ, ਮੈਂ ਇੰਝ ਕਰ ਦਾਂਗਾ, ਥੋੜਾ ਜਿਹਾ ਹਥਿਆਰ ਦੇ ਉੱਤੇ ਵੀ ਇੱਕ ਇਹ ਰੱਖਦੇ ਆ ਕਿਤੇ ਨਾ ਕਿਤੇ। ਧੁਰ ਅੰਦਰ ਜਿਹੜੀ ਸਾਡੀ ਪ੍ਰੈਕਟਿਸ ਆ ਉਹਦੇ ਵਿੱਚ ਇਹ ਪਿਆ ਹੁੰਦਾ ਕਿ ਮੈਂ ਅਦਰ ਨੂੰ ਕਿਲ ਕਰ ਸਕਦਾ, ਇਸ ਕਰਕੇ ਮੇਰਾ ਸੱਚ ਹੈ, ਮੈਂ ਜੋ ਵੀ ਬੋਲਦਾ ਇਹਨੂੰ ਕੁਐਸਚਨ ਨਾ ਕੀਤਾ ਜਾਏ। ਸੋ ਇਸ ਤਰ੍ਹਾਂ ਦੇ ਗਰੁੱਪਬਾਜ਼ੀਆਂ ਬਣਦੀਆਂ। ਸੋ ਮੇਰਾ ਖਿਆਲ ਹੈ ਵੀ ਉਹਦੇ ਵਿੱਚ ਵੀ ਪ੍ਰੋਬਲਮਸ ਆ। ਇਸ ਕਰਕੇ ਸਾਨੂੰ ਇਹ ਸਾਰਾ ਚਿੰਤਨ ਹੰਗਾਲਣਾ ਚਾਹੀਦਾ, ਪ੍ਰੈਕਟਿਸ ਵੀ ਹੰਗਾਲਣੀ ਚਾਹੀਦੀ। ਸੋ ਜਿਹੜਾ ਮਤਲਬ ਕਿ ਜਿਹੜੀ ਉਹ ਮਤਲਬ ਕਿ ਜਿਹੜੇ ਸਿੱਖ ਜਿਹੜੇ ਇੰਸਟੀਟਿਊਸ਼ਨ, ਰਿਫਾਰਮਿਸਟ ਇੰਸਟੀਟਿਊਸ਼ਨ ਜਦੋਂ ਹਾਈਜੈਕ ਹੋਏ, ਉਹਦੇ ਵਿੱਚੋਂ ਇੱਕ ਸਕੂਲ ਜਿਹੜਾ ਬਣ ਗਿਆ ਕਿ ਅਸੀਂ ਥੋੜੇ ਲਿਬਰਲ ਹੋ ਕੇ ਜਿਹੜਾ ਨੈਸ਼ਨਲ ਸਟਰਕਚਰ ਜੋ ਵੀ ਬਣਦਾ
ਉਹਦੇ ਨਾਲ ਜੁੜੀਏ। ਪਹਿਲਾਂ ਥੋੜਾ ਸੈਕੂਲਰ ਲਿਬਰਲ ਸੀਗਾ, ਹੁਣ ਜਿਹੜਾ ਉਹਦਾ ਉਲਾਰ ਆ, ਇੱਕ ਪੁਆਇੰਟ ਮੈਂ ਇੱਥੇ ਟਾਈਮ ਨਹੀਂ ਹੈ ਜੇ ਇਹਨੂੰ ਐਨਾਲਿਸਿਸ ਕਰਾਂ ਤੇ ਕਾਫੀ ਇੰਪੋਰਟੈਂਟ ਪੁਆਇੰਟ ਆ ਤੇ ਇਸ ਵੇਲੇ ਐਨਾਲਿਸਿਸ ਦੀ ਮੰਗ ਕਰਦਾ ਆ। ਉਹ ਇਹ ਪੁਆਇੰਟ ਆ ਕਿ ਜਿਹੜਾ ਕਲਚਰਲ ਨੈਸ਼ਨਲਿਜ਼ਮ ਪੈਦਾ ਕਰ ਰਿਹਾ ਗਿਆ ਹੁਣ, ਉਹ ਕਲਚਰਲ ਨੈਸ਼ਨਲਿਜ਼ਮ ਦੀ ਪੋਲਿਟਿਕਸ ਕੀ ਆ, ਤੇ ਇਹ ਵਾਈਟ ਰੇਸ ਨੇ ਜਿਹੜਾ ਕ੍ਰਿਸਚੈਨਿਟੀ ਦਾ ਸੈਕੂਲਰਿਜ਼ਮ ਬਣਾਇਆ, ਉਹਦੇ ਨਾਲ ਇਹਦੇ ਰਿਲੇਸ਼ਨਸ ਕੀ ਆ, ਤੇ ਇਹਦੇ ਵਿੱਚ ਲੋਕਲ ਦੀ ਪਾਰਟਿਸਿਪੇਸ਼ਨ ਨਾਲ ਇੱਕ ਨਵੀਂ ਪੋਲਿਟਿਕਸ ਕੀ ਆ। ਸੋ ਇੰਜ ਜਿਹੜਾ ਦੂਜਾ ਇਹਦਾ ਹਿੱਸਾ ਆ, ਉਹ ਉਸੇ ਆਰਥੋਡਾਕਸੀ ਨੇ ਜਿਹਨੇ ਸਾਡੀ ਮਿਸਲ ਪੀਰੀਅਡ ਨੂੰ ਹਾਈਜੈਕ ਕੀਤਾ ਸੀਗਾ, ਉਹਦਾ ਦਖਲ ਬਣ ਗਿਆ ਇਹਨਾਂ ਇੰਸਟੀਟਿਊਸ਼ਨਸ ਦੇ ਵਿੱਚ, ਤੇ ਇਹਦੇ ਚ ਦੋ ਤਰ੍ਹਾਂ ਦੀ ਲੜਾਈ ਚੱਲਦੀ ਰਹੀ। ਉਹਦੇ ਵਿੱਚੋਂ ਦੀ ਫਿਰ ਇੱਕ ਜਿਹੜਾ ਆ ਉਹ ਮਿਲੀਟੈਂਟ ਵਰਸ਼ਨ ਨਿਕਲਿਆ, ਜਿਹੜਾ ਕਿ ਸਾਡੇ ਦੁੱਖਾਂ ਦਰਦਾਂ ਦੀ ਕਹਾਣੀ ਨੂੰ ਨਾਲ ਲੈ ਕੇ, ਇਤਿਹਾਸ ਮੁਖੀ ਵਿਆਖਿਆ ਨੂੰ ਨਾਲ ਲੈ ਕੇ ਚੱਲ ਰਿਹਾ। ਪਰ ਉਹਦੇ ਵਿੱਚ ਵੀ ਜਿਹੜਾ ਕਲੋਨੀਅਲ ਵਿਆਖਿਆ ਦੇ ਪੈਟਰਨ ਜਿਹੜੇ ਉਹ ਪਏ ਹੋਏ ਆ। ਉਹਦੀ ਪੋਲਿਟਿਕਸ ਇਹ ਹੈ ਕਿ ਅਸੀਂ ਉਹਦੇ ਚ ਕਦੀ ਕਦੀ ਆਪਣੀ ਲੋਕਲ ਪੋਲਿਟਿਕਸ ਨੂੰ ਬਣਾਉਣ ਲਈ, ਅਸੀਂ ਸਿੰਘ ਸਭਾ ਇੰਸਟੀਟਿਊਸ਼ਨ ਨੂੰ ਰਿਜੈਕਟ ਕਰਨ ਲਈ ਤਾਂ ਇਹਨੂੰ ਬਸਤੀਵਾਦੀ ਕਹਿ ਕੇ ਇਹਨੂੰ ਰਿਜੈਕਟ ਕਰ ਦਿੰਦੇ ਇਸ ਵਿਆਖਿਆ ਨੂੰ, ਤੇ ਜਿਹੜੀ ਹਾਈਜੈਕਡ ਆਰਥੋਡਾਕਸੀ ਆ ਉਹਦੀ ਪ੍ਰੈਕਟਿਸ ਨੂੰ ਸੈਂਟਰ 'ਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਜਦੋਂ ਅਸੀਂ ਅਦਰ ਦੀ ਕੰਸਟਰਕਸ਼ਨ ਕਰਦੇ ਹਾਂ ਤਾਂ ਅਦਰ ਨੂੰ ਅਸੀਂ ਖਾਸ ਕਰ ਜਿਵੇਂ ਹਿੰਦੂਤਵ ਦੀ ਕਰਦੇ ਹਾਂ, ਤਾਂ ਉਹ ਹਿੰਦੂਤਵ ਵਾਲਾ ਹਿੰਦੂ ਜਿਹੜਾ ਕਿ ਕਲੋਨੀਅਲ ਕੰਸਟਰਕਸ਼ਨ ਆ, ਉਹਨੂੰ ਅਸੀਂ ਸੈਂਟਰ 'ਚ ਲਿਆਉਂਦੇ ਹਾਂ, ਜਿਹੜਾ ਡਿਵਾਈਨ ਰੈਲਮ ਦੇ ਨਾਲ ਕਨੈਕਟਡ, ਭਗਤੀ ਭਾਵਨਾ ਦੇ ਨਾਲ, ਸੁੱਚੇ ਗਿਆਨ ਨਾਲ ਜੁੜਿਆ ਹੋਇਆ ਜਿਹੜਾ ਹਿੰਦੂਤਵ ਨਹੀਂ ਉਹਨੂੰ ਕਹਿਣਾ ਚਾਹੀਦਾ, ਜਿਹੜੀਆਂ ਟ੍ਰੈਡੀਸ਼ਨਸ ਹਨ ਹਿੰਦੂ ਧਰਮ ਦੀਆਂ, ਉਹਦੇ ਭਗਤੀ ਭਾਵ ਨਾਲ ਸਾਡਾ ਡਾਇਲੌਗ ਨਹੀਂ ਹੁੰਦਾ। ਅਸੀਂ ਉਹਦੀ ਅਦਰ ਦੀ ਕੰਸਟਰਕਸ਼ਨ ਨੈਗੇਟਿਵਲੀ ਕਰਦੇ ਹਾਂ। ਉਹ ਵੀ ਕਰਨੀ ਚਾਹੀਦੀ ਹੈ ਕਿਉਂਕਿ ਹਿਸਟਰੀ ਦੀ ਟੈਨਸ਼ਨ ਆ, ਪਰ ਜਦੋਂ ਸਿਧਾਂਤਕਾਰੀ ਕਰਨੀ ਆ ਉਹਦੇ 'ਚ ਸਾਨੂੰ ਆਪਣੀ ਯੂਨੀਵਰਸੈਲਿਟੀ ਤੇ ਜਿਹੜੀਆਂ ਲੋਕਲ ਆਸਪੈਕਟ ਆ ਉਹਦੀ ਟਰਾਂਸਪੇਰੈਂਸੀ ਬਣਾਉਣੀ ਪਏਗੀ, ਤੇ ਉਹਦੀ ਇੰਪਲੀਮੈਂਟੇਸ਼ਨ ਵੇਲੇ ਜਿਹੜੀ ਸਟ੍ਰੈਟਜੀ ਬਣਾਉਣੀ ਆ ਜਾਂ ਆਈਡੀਓਲੋਜੀ ਬਣਾਉਣੀ ਆ ਉਹ ਡਿਫਰੈਂਟ ਚੀਜ਼। ਸੋ ਇਸ ਕਰਕੇ ਜਿਹੜਾ ਇਹਦੇ 'ਚ ਵੱਖਰਤਾ ਦੀ ਇੱਕ ਜਿੱਤ ਦੀ ਭਾਵਨਾ ਪਈ ਹੋਈ ਸੀ, ਜਿਹੜੀ ਉੱਪਰਲੀ ਕਾਸਮੋਲੋਜੀ ਜਿਹੜੀ ਸਾਡੇ ਸਕਾਲਰਸ ਨੇ ਬਣਾਈ ਆ, ਜਿਹਦੇ 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਕਾਸਮੋਲੋਜੀ ਨੂੰ ਸ਼ਾਮਲ ਨਹੀਂ ਕੀਤਾ ਗਿਆ। ਸੋ ਉਹਦੇ 'ਚ ਜਿਹੜਾ ਆ ਹਿਸਟਰੀ, ਸੋਸ਼ੀਓਲੋਜੀ ਤੇ ਉਹਦੇ 'ਚ ਟਾਈਮ ਸਪੇਸ ਜਿਹੜਾ ਲੀਨੀਅਰ ਬਣ ਗਿਆ। ਸੋ ਹੁਣ ਸਿੱਖ ਹਿਸਟਰੀ ਜਿਹੜੀ ਆ ਉਹ ਲੀਨੀਅਰ ਟਾਈਮ ਸਪੇਸ ਦੇ ਵਿੱਚ ਚੱਲਣ ਰਹੀ ਆ। ਉਹਦੇ 'ਚ ਜਿਹੜੀਆਂ ਕੰਪੈਰੇਟਿਵ ਰਿਲੀਜਨ ਨੇ ਕਮਿਊਨਿਟੀ ਦੀ ਕੰਸਟਰਕਸ਼ਨ ਕੀਤੀ ਆ ਤੇ ਫੇਥ ਦੀ ਕੰਸਟਰਕਸ਼ਨ ਕੀਤੀ ਆ, ਤੇ ਸਾਡਾ ਧਰਮ ਗ੍ਰੰਥ ਜਿਹੜਾ ਗੁਰੂ ਰੂਪ ਤੋਂ ਧਰਮ ਪੁਸਤਕ ਤੱਕ ਆ ਗਿਆ, ਕਿ ਜਿਹੜੇ ਪੰਜਾਬ ਦੇ ਵਿੱਚ ਕਿਸੇ ਵੇਲੇ ਇਕੱਠੇ ਰਹੇ, ਜਿਨ੍ਹਾਂ ਦੀ ਸਿੱਖ ਹਿਸਟਰੀ ਸਾਂਝੀ ਆ, ਲੈਂਗੁਏਜ ਸਾਂਝੀ ਆ, ਉਹਨਾਂ ਦੇ 10 ਗੁਰੂ ਵੱਖਰੇ ਹਨ, ਉਹਨਾਂ ਦੀ ਮਰਿਆਦਾ ਵੱਖਰੀ ਹੈ, ਉਹ ਵੱਖਰੀ ਦਾ ਟਾਈਮ ਸਪੇਸ ਨਿਸ਼ਚਿਤ ਕਰਕੇ, ਮਤਲਬ ਕਿ ਇੰਟਰਨਲ ਵੀ ਤੇ ਬਾਹਰੀ ਵੀ ਦੋਵੇਂ ਤਰ੍ਹਾਂ ਦਾ ਟਾਈਮ ਸਪੇਸ ਨਿਸ਼ਚਿਤ ਕੀਤਾ ਗਿਆ। ਉਹਦੇ ਵਿੱਚ ਗੁਰੂ ਦੀ ਯੂਨੀਵਰਸੈਲਿਟੀ ਨੂੰ ਖਤਮ ਕਰਕੇ ਉਹ ਸਾਡੀ ਫੇਥ ਦੀ ਲੋਕਲ ਸਕ੍ਰਿਪਚਰ ਬਣ ਗਈ ਹੈ, ਜਦਕਿ ਗੁਰੂ ਗ੍ਰੰਥ ਸਾਹਿਬ ਸਕ੍ਰਿਪਚਰ ਨਹੀਂ ਹੈ, ਉਹ ਗੁਰੂ ਰੂਪ ਦੇ ਵਿੱਚ ਆ। ਤੇ ਗੁਰੂ ਰੂਪ ਪ੍ਰਾਪਤ ਕਰਨ ਲਈ ਜਿਹੜਾ ਸਾਖੀ ਨਿਯਮ ਹੈ ਤੇ ਸ਼ਬਦ ਆ, ਉਹਨੂੰ ਲੋਕਲ ਦੀ ਟਰਾਂਸਪੇਰੈਂਸੀ ਨੂੰ ਯੂਨੀਵਰਸੈਲਿਟੀ ਨਾਲ ਕਨੈਕਟ ਕਰਨਾ ਹੀ ਪਏਗਾ। ਸੋ ਉਹ ਜਿਹੜੀ ਸਾਡੀ ਯੂਨੀਵਰਸੈਲਿਟੀ ਆ, ਉਹ ਵੈਸਟਰਨ ਜਿਹੜੀਆਂ ਅਪਰੋਚਿਸ ਆ ਉਹਦੀ ਫਿਲਸੋਫਿਕ ਯੂਨੀਵਰਸੈਲਿਟੀ ਜਾਂ ਥਿਓਰੈਟੀਕਲ ਜਿਹੜੀ ਕ੍ਰਿਟੀਕਲ ਥਿਊਰੀ ਦੀ ਯੂਨੀਵਰਸੈਲਿਟੀ ਬਣ ਰਹੀ ਆ, ਜਿਹਦੇ 'ਚ ਲੋਕਲ ਨੂੰ ਥਾਂ ਦਿੱਤਾ ਜਾ ਰਿਹਾ ਭਾਵੇਂ, ਪਰ ਫਿਰ ਵੀ ਉਹਦੇ ਪਿੱਛੇ ਕਿਤੇ ਨਾ ਕਿਤੇ ਉਹ ਜਿਹੜਾ ਕਲੋਨੀਅਲ ਪੈਟਰਨ ਜਿਹੜਾ ਉਹ ਖਤਮ ਨਹੀਂ ਹੋਇਆ ਜੇ ਉਹ ਡਾਇਲੌਗ। ਸੋ ਅਸੀਂ ਲੋਕਲ ਤੇ ਸਾਡੀ ਸਕ੍ਰਿਪਚਰ ਵੀ ਲੋਕਲ, ਤੇ ਉਹਦੇ 'ਚੋਂ ਯੂਨੀਵਰਸਲ ਮੀਨਿੰਗ ਜਿਹੜਾ ਆ ਉਹ ਵੈਸਟਰਨ ਜਿਹੜੀਆਂ ਕੰਸਟਰਕਸ਼ਨਸ ਆ ਉਹਦੇ ਅਧੀਨ ਜਾ ਰਿਹਾ, ਤੇ ਇੰਡੀਆ ਦੇ ਲੈਵਲ ਦੇ ਉੱਤੇ ਉਹ ਨੈਸ਼ਨਲ ਕੰਸਟਰਕਸ਼ਨਸ ਦੇ ਥੱਲੇ ਜਾ ਰਿਹਾ। ਤੇ ਜਿਹੜਾ ਨਵਾਂ ਕਲਚਰਲ ਜਿਹੜੀ ਨੈਸ਼ਨਲਿਜ਼ਮ ਪੈਦਾ ਕੀਤਾ ਜਾ ਰਿਹਾ, ਇਹ ਇੱਕ ਬਹੁਤ ਵੱਡਾ ਇਹਦਾ ਜਿਹੜਾ ਸੈਕੂਲਰ ਲਿਬਰਲ ਜਿਹੜਾ ਡਾਇਮੈਂਸ਼ਨ ਆ ਉਹਦੇ ਨਾਲ ਲੋਕਲ ਦੀ ਪਾਰਟਿਸਿਪੇਸ਼ਨ ਜ਼ਿਆਦਾ ਆ, ਪਰ ਇਹਦੇ 'ਚ ਤੱਤ ਜਿਹੜਾ ਆ ਉਹ ਸਾਡੀ ਹਾਈਜੈਕਿੰਗ ਦਾ ਪਿਆ ਹੋਇਆ। ਇੰਜ ਜਿਹੜੀ ਸਿੱਖ ਟ੍ਰੈਡੀਸ਼ਨ ਦੇ ਵਿੱਚ ਵੀ ਜਿਹੜਾ ਦੁਬਾਰਾ ਜਿਹੜੀ ਹਾਈਜੈਕਡ ਜਿਹੜੀ ਸੀਗੀ ਪੋਜੀਸ਼ਨ ਵਾਲੀਆਂ ਆਰਥੋਡਾਕਸੀਜ਼ ਉਹ ਸੈਂਟਰ 'ਚ ਆ ਰਹੀਆਂ, ਰਿਫਾਰਮਿਸਟ ਜਿਹੜੇ ਪਿੱਛੇ ਜਾ ਰਹੇ ਆ। ਸੋ ਇਸ ਕਰਕੇ ਇਹ ਵਰਸਿਸ ਨਹੀਂ ਚੱਲ ਸਕਦਾ, ਜਿਵੇਂ ਸਾਰੇ ਸਿੱਖ ਪੰਥ ਇਹਦੇ ਵਿੱਚ ਵੰਡਿਆ ਹੋਇਆ। ਜਿਹੜੀ ਬਸਤੀਵਾਦੀ ਚਿੰਤਨ 'ਚੋਂ ਨਿਰਧਾਰਿਤ ਹੋਈ ਜਿਹੜੀ ਵਿਆਖਿਆ, ਤੇ ਜਿਹੜੀ ਹਾਈਜੈਕਡ ਆਰਥੋਡਾਕਸੀ ਦੇ ਸਕੂਲਸ ਤੇ ਉਹਨਾਂ ਦੀ ਪੋਲੀਟੀਕਲ ਪੋਜੀਸ਼ਨ ਤੇ ਸੋਸ਼ੀਓਲੋਜੀ, ਇਹ ਦੋ ਧਿਰਾਂ ਆਪਸ ਇੱਕ ਦੂਜੇ ਨਾਲ ਟਕਰਾ ਰਹੀਆਂ ਹਨ। ਮੇਰੇ ਖਿਆਲ ਇਹ ਦੋਵੇਂ ਵਾਜਬ ਨਹੀਂ ਹਨ, ਇਹ ਸੀਮਤ ਹਨ। ਸੋ ਇਹਨਾਂ ਦਾ ਨਿਬੇੜਾ ਜਿਹੜਾ ਆ ਉਹ ਉਸ ਕਾਸਮੋਲੋਜੀ 'ਚ ਹੋਏਗਾ ਜਿਹ 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੀ ਇਨਸਾਈਟ ਜਿਹੜੀ ਆ ਉਹ ਸੱਚੇ ਤੇਰੇ ਖੰਡ ਦੇ ਬ੍ਰਹਿਮੰਡ ਦੇ ਨਾਲ ਜੁੜੀ ਹੋਈ ਕਾਸਮੋਲੋਜੀ ਇੰਟਰਪ੍ਰੈਟ ਹੋਏਗੀ। ਇਹਦੇ ਵਿੱਚ ਜਿਹੜੀ ਹੋਰ ਅਗਲੀਆਂ ਜਿਹੜੀਆਂ ਗੱਲਾਂ ਆ ਉਹ ਸਮਝਣ ਵਾਲੀਆਂ ਇਹ ਹੈ ਕਿ ਇਹਦੇ ਵਿੱਚ ਜਿਵੇਂ ਸੁਖਵਿੰਦਰ ਨੇ ਮੈਂਸ਼ਨ ਕੀਤਾ ਕਿ ਲੋਕਲ ਜਿਹੜਾ ਆ ਜਦੋਂ ਨੈਸ਼ਨਲ
कैपिटलिस्टिक यूनीवर्सल के सामने आउंदा जां बस्तीवाद दे जिहड़ा विश्व का जिहड़ा यूनीवर्सल अज विश्व की सिद्धांतकारी का जिहड़ा यूनीवर्सल आ उहनूं यूनीवर्सल बना के उहदे नाल टकराउंदा ते अपने आप नूं लोकल बना के जस्टिफाई करदा। पर जदों ये लोकल अपने विदिन लोकल आ उहदी गल ये करदा ही नहींगा, उहदे नाल प्ले करदा ये लोकल जिहड़ा है। सो इस करके लोकल की कंस्ट्रक्शन ट्रांसपेरेंट नहीं है सिक्खी दे विच ते इस व्याख्या का रोल आ जिहड़ी उपर व्याख्या की गई, जिहड़ी कॉस्मोलॉजी की कंस्ट्रक्शन की गई, क्योंकि वो डर चों की गई, ਉਹਦੇ डर के कारण भी हैं, पर वो स्थानक कारण है। वो साडी शब्द सुरत दे कॉस्मिक फलाह की जर्नी विच जिहड़ा मैं पसार हासिल करना गुरबाणी तो ਉਹਦੇ ਵਿੱਚ मददगार नहीं है। वो मेरियां लोकल टेंशन, इस करके लोकल दे विदिन लोकल दी पॉलिटिक्स ਜਾਂ लोकल दी जिवें कलकत्ते की संगत आ, बंगाल की संगत असीं भुल ही गए, पंथ दे विच ਉਹਦਾ इतिहास नहीं लिखा गया। सिख इतिहास जिहड़े लिखे जाते उह बंगाल की संगत लिखी नहीं जाती। ਉਹਦੇ ਚ हौली हौली तुसीं देखो इतिहास दे विच गुरु पीरीयड छोटा हुंदा जांदा है। तो ਇਹ ਕਿਹੋ ਜਿਹੀਆਂ ਚੀਜ਼ਾਂ ਅਸੀਂ ਪੈਦਾ ਕਰ ਰਹੇ। ਜਾਂ ਤੁਸੀਂ ਦੇਖੋ ਕਿ ਜਿਹੜੇ ਅਮਰੀਕਾ ਕੈਨੇਡਾ ਆ ਉਹਨੂੰ ਪੰਜਾਬ ਮੰਨਿਆ ਜਾਂਦਾ ਜਾਂ ਸਿੱਖ ਮੰਨਿਆ ਜਾਂਦਾ, ਜਿਹੜੇ ਆਪਣੇ ਅਰਬ ਦੇ ਵਿੱਚ ਗਰੀਬ ਵਰਗ ਆ ਉਹਨੂੰ ਪਾਰਟਿਸਿਪੇਟ ਨਹੀਂ ਕਰਾਇਆ ਜਾਂਦਾ। ਸੋ ਇਹ ਸਾਰੀਆਂ ਕੌਸਮੋਲੋਜੀ ਦੀਆਂ ਪ੍ਰੋਬਲਮਸ ਹਨ। ਮੇਰਾ ਬਸ ਆਖਰੀ ਪੁਆਇੰਟ ਹੀ ਹੈ, ਇੱਕ ਦੋ ਪੁਆਇੰਟ ਰਹਿ ਗਏ ਆ ਹੁਣ ਇਹਦੇ ਚ। ਮੈਂ ਗੱਲ ਜਿਹੜੀ ਕਹਿਣੀ ਚਾਹੁੰਦਾ ਕਿ ਜੇ ਇਹ ਕੌਸਮੋਲੋਜੀ ਬਣੂਗੀ ਫਿਰ ਕੀ ਹੋਏਗਾ? ਫਿਰ ਸਿੱਖ ਸ਼ਬਦ ਸੁਰਤ ਦੀ ਜਰਨੀ ਦੀ ਜਿਹੜੀ ਆਕਾਸ਼ ਵੱਲ ਗਤੀ ਹੈ, ਉਹਦੇ ਪੰਜ ਖੰਡਾਂ ਦਾ ਜਿਹੜਾ ਮੁਕਾਮ ਹੈ ਉਹਦਾ ਅਨੁਭਵ ਪੈਦਾ ਹੋਏਗਾ। ਸੋ ਹੁਣ ਜਿਹੜਾ ਆ ਸਿਰਫ ਇੱਕ ਛੋਟਾ ਜਿਹਾ ਟਾਈਮ ਸਪੇਸ ਜਿਹੜਾ ਆ ਤੇ ਉਹਦੀ ਲੀਨੀਅਰ ਜਿਹੜੀ ਹਾਲਤ ਆ, ਲਕੀਰੀ ਹਾਲਤ ਆ ਟਾਈਮ ਦੀ, ਉਹ ਸਾਡੀ ਸਾਰੀ ਬਾਡੀ ਨੂੰ, ਸਾਡੀ ਕ੍ਰੀਏਟੀਵਿਟੀ ਨੂੰ, ਮੇਰੀ ਇਮੈਜੀਨੇਸ਼ਨ ਨੂੰ, ਮੇਰੇ ਮਾਨਸਿਕਤਾ ਨੂੰ ਤੇ ਮੇਰੀ ਰੈਸ਼ਨੈਲਿਟੀ ਨੂੰ ਤੇ ਮੇਰੀ ਆਤਮਿਕ ਜਰਨੀ ਨੂੰ ਸਥਾਨਕਤਾ 'ਚ ਇੰਟਰਪ੍ਰੈਟ ਕਰੀ ਜਾਂਦੀ ਆ। ਇਸੇ ਕਰਕੇ ਸਿੱਖ ਵਿਸ਼ਵ ਦੇ ਡਾਇਲੌਗ ਦੇ ਵਿੱਚ ਆਪਣੀ ਲਿਆਕਤ ਨਹੀਂ ਲਿਜਾ ਸਕੇ। ਸਿੱਖ ਸੁਸਾਇਟੀ ਦੇ ਵਿੱਚ ਇੰਨਾ ਗੁਣ ਹੈ, ਇੰਨਾ ਪਸਾਰ ਪਿਆ ਹੋਇਆ, ਪਰ ਉਹ ਜਾ ਨਹੀਂ ਰਹੀ ਉਸ ਡਾਇਲੌਗ ਦੇ ਵਿੱਚ। ਸੋ ਇਹਦਾ ਮਤਲਬ ਇਹ ਹੋਇਆ ਕਿ ਟਰੁੱਥ ਦੀ ਕੰਸਟਰਕਸ਼ਨ ਦੇ ਵਿੱਚ ਜਦੋਂ ਕੌਸਮੋਲੋਜੀ ਦਾ ਬੈਲੈਂਸ ਹੋਏਗਾ ਤਾਂ ਮੇਰੀ ਬਾਡੀ, ਮੇਰਾ ਮਨ, ਮੇਰੀ ਕਲਪਨਾ ਸ਼ਕਤੀ, ਮੇਰੀ ਬੁੱਧੀ ਤੇ ਮੇਰੀ ਆਤਮਾ ਦੇ ਪੰਜੇ ਪਸਾਰ ਬ੍ਰਹਮੰਡੀ ਪੱਧਰ ਤੇ ਫੈਲਣਗੇ ਤੇ ਲੋਕਲ ਦੇ ਨਿਆਂਸ਼ੀਲ ਹੋਣਗੇ। ਸੋ ਇਹ ਸਾਰਾ ਨਿਆਂ ਉਹਦੇ ਵਿੱਚੋਂ ਪੈਦਾ ਹੋਗਾ ਤੇ ਇਹਦੇ ਨਾਲ ਜਿਹੜੀ ਕੰਸੈਪਸ਼ਨ ਜਿਹੜੀ ਮਟੀਰੀਅਲਿਟੀ ਦੀ ਬਣਦੀ ਆ, ਡੈਥ ਨੂੰ ਸ਼ਾਮਲ ਕਰਾ ਕੇ, ਨਾਸ਼ਮਾਨਤਾ ਨੂੰ ਸ਼ਾਮਲ ਕਰਾ ਕੇ ਜਿਹੜੀ ਮਟੀਰੀਅਲਿਟੀ ਦੀ ਕੰਸੈਪਸ਼ਨ ਆ ਉਹ ਕੈਪੀਟਲਿਸਟਿਕ ਮਟੀਰੀਅਲਿਟੀ ਤੋਂ ਵੱਖਰੀ ਬਣਦੀ ਆ। ਸੋ ਇਸ ਵੇਲੇ ਸਿੱਖ ਜਿਹੜੇ ਆ ਉਹ ਜ਼ਿਆਦਾ ਕੈਪੀਟਲਿਸਟਿਕ ਮਟੀਰੀਅਲਿਟੀ ਦੀ ਅਟਰੈਕਸ਼ਨ ਦੇ ਵਿੱਚ ਆ ਤੇ ਸਿੱਖਾਂ 'ਚ ਮਟੀਰੀਅਲਿਜ਼ਮ ਬਹੁਤ ਜ਼ਿਆਦਾ ਫੈਲ ਰਿਹਾ ਉਹਦੀ ਅਟਰੈਕਸ਼ਨ। ਸੋ ਉਹ ਸੋਸ਼ੋ ਕਲਚਰਲ ਟੈਂਸ਼ਨ ਦੇ ਨਾਰਿਆਂ ਨੂੰ ਸਿੱਖੀ ਮੰਨਦੇ ਹਨ, ਪਰ ਜੀਵਨ ਦੀ ਅਟਰੈਕਸ਼ਨ ਜਿਹੜੀ ਆ ਕੈਪੀਟਲਿਸਟਿਕ ਮਟੀਰੀਅਲਿਜ਼ਮ ਦੇ ਵਿੱਚੋਂ ਲੈਂਦੇ ਹਨ, ਕਿਉਂਕਿ ਉਹਨਾਂ ਦੀ ਕੌਸਮੋਲੋਜੀ ਦੇ ਵਿੱਚੋਂ ਨਿਕਲੀ ਮੈਟਰ ਦੀ ਡੈਫੀਨੇਸ਼ਨ ਹੀ ਉਹਨਾਂ ਕੋਲ ਨਹੀਂ ਹੈ। ਸੋ ਜਦੋਂ ਡੈਥ, ਮੈਟਰ ਦੀ ਡੈਥ ਨੂੰ ਵਿੱਚ ਸ਼ਾਮਲ ਕਰਾਇਆ ਜਾਏਗਾ ਤਾਂ ਮੈਟਰ ਨਾਮ ਪਦਾਰਥ ਦੇ ਵਿੱਚ ਜੀ ਉੱਠੇਗਾ। ਸੋ ਨਾਮ ਪਦਾਰਥ ਦੇ ਵਿੱਚੋਂ ਸਭਿਅਤਾ ਦੀ ਅਟਰੈਕਸ਼ਨ ਕੀ ਡਾਇਮੈਂਸ਼ਨ ਕੀ ਬਣਦੀ ਆ, ਉਹਦੇ ਚੋਂ ਆਰਥਿਕਤਾ ਕੀ ਬਣਦੀ ਆ, ਸੋਸ਼ਲ ਸੰਬੰਧ ਕੀ ਬਣਦੇ ਆ, ਸੋਸ਼ਲ ਇੰਸਟੀਟਿਊਸ਼ਨ ਕੀ ਬਣਦੇ ਆ, ਪ੍ਰੋਡਕਸ਼ਨ ਕੀ ਬਣਦੀ ਆ। ਇਹ ਡਾਇਲੌਗ ਜਿਹੜਾ ਅਸੀਂ ਪੈਦਾ ਕਰ ਸਕਾਂਗੇ ਜੇ ਇਸ ਡਾਇਮੈਂਸ਼ਨ ਨੂੰ ਸ਼ਾਮਲ ਕਰਾਂਗੇ। ਤੇ ਤੀਜਾ ਜਿਹੜਾ ਆ ਇੱਕ ਜਿਹੜੀ ਗੁਰਮੁਖ ਦੀ ਅਨੁਭਵੀ ਦੁਪੱਖਤਾ ਆ ਕਿ ਗੁਰਮੁਖ ਜਿਹੜਾ ਆ ਜਿਵੇਂ ਬਾਣੀ ਚ ਆਉਂਦਾ ਲੋਗਣ ਸਿਓ ਮੇਰਾ ਠਾਠਾ ਬਾਗਾ ਸੰਤਨ ਸਿਓ ਵਿਵਹਾਰਾ। ਸੋ ਲੋਅਰ ਰੈਲਮ ਜਿਹੜਾ ਆ ਇਹਦੇ ਚ ਡੈਥ ਹੁੰਦੀ ਆ, ਇੱਕ ਦੀ ਕੰਪਲੀਟ ਨਹੀਂ ਹੋ ਸਕਦਾ। ਜਿਵੇਂ ਸ਼ਾਹ ਹੁਸੈਨ ਕਹਿੰਦਾ ਸਭ ਖਲਕਤ ਗਈ ਅਧੂਰੀ। ਅਧੂਰਾਪਣ ਜਿਹੜਾ ਆ ਲੋਅਰ ਡਾਇਮੈਂਸ਼ਨ ਜਿਹੜੀ ਆ ਇਹ ਮੌਤ ਕਰਕੇ ਇਹਦੇ ਚ ਅਧੂਰਾਪਣ ਰਹਿਣਾ ਆ। ਸੋ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਅਧੂਰੇਪਣ ਦੀ ਨਾਸ਼ਮਾਨਤਾ ਨੂੰ ਜਿਹੜਾ ਹਾਇਰ ਕਾਸਮੋਸ ਆ ਜਿਹਦੇ ਚ ਜਗਤ ਸੱਚਾ ਬਣਦਾ ਉਹਦਾ ਪਾਰਟ ਬਣਾ ਕੇ ਦੱਸਦਾ। ਇਹਦਾ ਮਤਲਬ ਡੈਥ ਨੂੰ ਸੱਚੀ ਬਣਾ ਕੇ ਦਿਖਾਤਾ। ਸੋ ਡੈਥ ਤੋਂ ਬਗੈਰ ਆਕਾਰ ਨਹੀਂ ਹੋ ਸਕਦਾ, ਸੀਮਾ ਤੋਂ ਬਗੈਰ, ਹੱਦ ਤੋਂ ਬਗੈਰ ਕੋਈ ਆਕਾਰ ਨਹੀਂ ਹੋ ਸਕਦਾ। ਸੋ ਹੱਦ ਨੂੰ ਨਿਰਹੱਦ ਦੇ ਵਿੱਚ ਸਪੇਸ ਦੇ ਕੇ ਉਹਦੀ ਆਥੈਂਟਿਸਿਟੀ ਬਣਾ ਦੇਣੀ। ਸੋ ਇਹ ਜਿਹੜਾ ਰਾਜ਼ ਆ ਇਸ ਕਾਸਮੋਲੋਜੀ ਦੇ ਵਿੱਚ। ਸੋ ਇਹਦੇ ਨਾਲ ਚੇਤਨਾ ਦਾ ਜਿਹੜਾ ਡਾਇਲੈਕਟਿਕਸ ਆ ਉਹ ਟੁੱਟ ਜਾਂਦਾ ਆ। ਨਹੀਂ ਤੇ ਅਸੀਂ ਡਾਇਲੈਕਟਿਕਸ ਦੇ ਵਿੱਚ ਹੀ ਰਹਾਂਗੇ। ਜਿਵੇਂ ਮਹਿਬੂਬ ਸਾਹਿਬ ਦੀ ਕਿਤਾਬ ਆ ਉਹ ਹੈਗੈਲੀਅਨ ਡਾਇਲੈਕਟਿਕਸ ਦੇ ਵਿੱਚ ਆ ਤੇ ਲੀਨੀਅਰ ਟਾਈਮ ਦੇ ਵਿੱਚ ਸਿੱਖੀ ਨੂੰ ਫਿੱਟ ਕਰਦੀ ਆ ਤੇ ਅਕਾਲ ਫਤਿਹ ਤੇ ਖਾਲਸ ਕੁਦਰਤ ਦਾ ਜਿਹੜਾ ਰਿਲੇਸ਼ਨ ਬਣਾਉਂਦੀ ਆ ਉਹ ਟਾਈਮ ਦੇ ਆਖਰੀ ਰੈਵੀਲੇਸ਼ਨ ਤੱਕ ਸਿੱਖੀ ਚ ਬਣਾਉਂਦੀ ਆ। ਪਰ ਲੀਨੀਅਰ ਟਾਈਮ ਸਿੱਖੀ ਤੇ ਆ ਕੇ ਖਤਮ ਨਹੀਂ ਹੋ ਜਾਂਦਾ ਮਹਿਬੂਬ ਸਾਹਿਬ ਦੀ ਰਾਈਟਿੰਗ 'ਚ ਤੇ ਉਹ ਉਹਦੇ ਉੱਤੇ
ਜਿਹੜੀ ਸ਼ਹੀਦੀ ਅਰਦਾਸ ਕਿਤਾਬ ਆ ਜਾਂ ਆਪਣੇ ਮਹਾਕਾਵ ਆ, ਉਹਦੇ ਰਾਹੀਂ ਉਹ ਭਾਰ ਵੀ ਪਾਉਂਦੇ ਆ ਫਿਰ ਸਿੱਖ ਗੁਰੂ ਸਾਹਿਬ ਦੇ ਉੱਤੇ ਤੇ ਸ਼ਬਦ ਦੇ ਉੱਤੇ। ਤੇ ਉਹਦੇ ਵਿੱਚ ਫਿਰ ਮਤਲਬ ਕਿ ਇਸ ਤਰ੍ਹਾਂ ਦੀਆਂ ਡਾਇਮੈਂਸ਼ਨਸ ਆਉਂਦੀਆਂ ਕਿ ਇਲਮ ਦੇ ਸਾਦਾ ਅੱਖਰ ਤੋਂ ਵੱਧ ਕੂਕ ਨਾ ਸਕੀ ਬਾਣੀ, ਕਿ 47 ਦੀ ਪੇੜ ਦੇ ਸਾਹਮਣੇ ਬਾਣੀ ਇਲਮ ਦਾ ਸਾਦਾ ਅੱਖਰ ਬਣ ਗਈ। ਸੋ ਇਹ ਜਿਹੜੀਆਂ ਪ੍ਰੋਬਲਮਸ ਹਨ ਲੀਨੀਅਰ ਟਾਈਪ ਦੀਆਂ, ਤੇ ਉਹ ਤਿੰਨ ਚੀਜ਼ਾਂ ਨੂੰ ਫਿਰ ਇਹਦੇ ਤੇ ਸੁੱਟਦੇ ਆ, ਛਲ, ਕਾਮੁਕਤਾ ਅਤੇ ਜੰਗ ਦਾ ਕਹਿਰ। ਵੀ ਇਹ ਤਿੰਨ ਚੀਜ਼ਾਂ ਜਿਹੜੀਆਂ ਜਦੋਂ ਸਿੱਖ ਅਨੁਭਵ ਤੇ ਸੁੱਟਾਂਗੇ ਤੇ ਸਿੱਖ ਅਨੁਭਵ ਟਾਈਮ ਦੇ ਵਿੱਚ ਸ਼ੈਟਰ ਹੋ ਜਾਏਗਾ। ਸੋ ਅਗਲੀਆਂ ਡਾਇਮੈਂਸ਼ਨਸ ਜਿਹੜੀਆਂ ਟਾਈਮ ਦੀਆਂ ਉਹ ਕੰਟੀਨਿਊ ਰਹਿਣਗੀਆਂ ਤੇ ਗੁਰੂ ਦਾ ਬਾਜ਼ ਜ਼ਖਮੀ ਹੋ ਜਾਏਗਾ। ਸੋ ਇਹ ਡਾਇਮੈਂਸ਼ਨਸ ਨੂੰ ਅਸੀਂ ਲੀਨੀਅਰ ਟਾਈਮ ਦੇ ਵਿੱਚ ਇਸ ਤਰ੍ਹਾਂ ਦੀ ਅਸੀਂ ਡਾਇਲੈਕਟਿਕਸ ਤੋਂ ਬਚ ਨਹੀਂ ਸਕਦੇ। ਫਿਰ ਇਸ ਤਰ੍ਹਾਂ ਦੀ ਜਿਹੜੀ ਜਿੰਨਾ ਸਾਡਾ ਅਧਿਆਤਮਿਕ ਤੌਰ ਤੇ ਵੀਕ ਹੋਵਾਂਗੇ, ਤਿੰਨੇ ਉਨੀ ਲੀਨੀਅਰ ਟਾਈਮ ਦੀ ਟੈਨਸ਼ਨ ਵੱਧ ਹੋਏਗੀ ਤੇ ਸਾਡੀ ਸੈਕਟੇਰੀਅਨ ਜਿਹੜੀ ਪੋਲਿਟਿਕਸ ਆ ਉਹ ਬਣੀ ਜਾਏਗੀ ਤੇ ਅਸੀਂ ਹੌਲੀ ਹੌਲੀ ਗੁਰੂ ਸ਼ਬਦ ਤੋਂ ਵੀ ਬਾਹਰ ਹੁੰਦੇ ਜਾਵਾਂਗੇ। ਸੋ ਜਿਹੜਾ ਡਾਇਲੈਕਟਿਕਸ ਆ, ਜਿਹੜਾ ਤਿੰਨ ਤਹਿ ਰਾਜ਼ ਆ ਚੇਤਨਾ ਦੇ ਚੱਲਣ ਦਾ, ਇਹਨੂੰ ਆਥੈਂਟਿਕ ਡੁਐਲਿਟੀ ਦੇ ਵਿੱਚ, ਇਹਨੂੰ ਦੂਰੀ ਰਮਜ਼ ਦੇ ਵਿੱਚ ਕਿਸ ਤਰ੍ਹਾਂ ਪੇਸ਼ ਕਰਨਾ ਆ, ਇਹ ਸਾਖੀ ਨਿਯਮ ਕਰਦਾ ਹੈ। ਤੇ ਇਹ ਸਾਖੀ ਨਿਯਮ ਨੂੰ ਪੇਸ਼ ਕਰਨ ਦੇ ਵਿੱਚ ਜਿਹੜੀ ਕਾਸਮੋਲੋਜੀ 'ਚ ਡੈਥ ਦਾ ਐਕਸਪੀਰੀਅੰਸ ਆ ਗੁਰੂ ਤੇਗ ਬਹਾਦਰ ਸਾਹਿਬ ਨੇ ਪੇਸ਼ ਕੀਤਾ, ਉਹ ਸੱਚੇ ਤ੍ਰਿਖੰਡ, ਸੱਚੇ ਬ੍ਰਹਿਮੰਡ ਦੇ ਵਿਦਨ ਹੈ। ਸੋ ਇਸ ਰਾਜ ਨੂੰ ਹਾਈਲਾਈਟ ਕਰਕੇ ਸਾਨੂੰ ਆਪਣੀ ਕਾਸਮੋਲੋਜੀ ਦਾ ਨਿਰਮਾਣ ਕਰਨਾ ਚਾਹੀਦਾ ਆ। ਸੋ ਮੈਂ ਕਈ ਸ਼ੇਡਸ ਦਿੱਤੀਆਂ, ਉਹਦੇ ਥੀਸਿਸ ਪੂਰੇ ਨਹੀਂ ਦਿੱਤੇ, ਪਰ ਮੇਨ ਥੀਸਿਸ ਮੇਰਾ ਜਿਹੜਾ ਕਾਸਮੋਲੋਜੀ ਤੇ ਹੈ। ਸੋ ਮੈਂ ਚਾਹੁੰਦਾ ਕਿ ਜਿਹੜੇ ਸਿੱਖ ਸਟੂਡੈਂਟਸ ਹਨ, ਰਿਸਰਚਰਸ ਹਨ, ਉਹਨੂੰ ਬੈਲੈਂਸ ਨਾਲ ਪੜ੍ਹਨ, ਕਿਉਂਕਿ ਸ਼ਬਦ ਗੁਰੂ ਸਾਡਾ ਗੁਰੂ ਹੈ, ਅਸੀਂ ਉਹਦੀ ਸਮੁੱਚਤਾ 'ਚ ਉਹਨੂੰ ਧਾਰਨ ਕਰਨਾ ਹੈ। ਇੰਝ ਸਾਖੀ ਨਿਯਮ ਨੂੰ ਵੀ ਸਮੁੱਚਤਾ 'ਚ ਧਾਰਨ ਕਰਨਾ ਹੈ। ਆਪਣੇ ਦੁੱਖਾਂ ਨੂੰ, ਜਾਂ ਦੁੱਖ ਲੱਗ ਗਏ ਤਾਂ ਤੁਝੇ ਸੰਭਾਲੀ, ਉਹਨੂੰ ਪ੍ਰੇਅਰ ਬਣਾਉਣਾ ਆ, ਉਹਨੂੰ ਹਿਸਟੋਰੀਸਿਟੀ ਦੇ ਉੱਤੇ ਬੈਸਟੋ ਕਰਾਉਣਾ। ਸੋ ਗੁਰਬਾਣੀ ਦੇ ਵਿੱਚ ਲੀਨੀਅਰ ਟਾਈਮ ਜਿਹੜਾ ਉਹ ਬੈਸਟੋਡ ਲੀਨੀਅਰ ਟਾਈਮ ਆ। ਸੋ ਗੁਰੂ ਲੀਨੀਅਰ ਟਾਈਮ ਦੇ ਵਿਦਨ ਨਹੀਂ ਹੈ, ਉਹ ਲੀਨੀਅਰ ਟਾਈਮ ਦੇ ਵਿਦਨ ਉਹਨੂੰ ਬੈਸਟੋ ਕਰ ਰਿਹਾ ਆ, ਉਹਨੂੰ ਆਪਣੇ ਤੇ ਧਾਰਨ ਕਰਕੇ ਉਹਦਾ ਚੋਲਾ ਬਣਾ ਲੈਂਦਾ ਆਪਣਾ। ਸੋ ਇਸ ਤਰ੍ਹਾਂ ਦੀਆਂ ਡਾਇਮੈਂਸ਼ਨਸ ਹਨ। ਧੰਨਵਾਦ। ਧੰਨਵਾਦ ਕਰਦਾ ਹਾਂ ਪ੍ਰੋਫੈਸਰ ਜਗਦੀਸ਼ ਸਿੰਘ ਹੋਣਾ ਦਾ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਦੀ ਸਮਾਂ ਕੱਢ ਕੇ ਸਾਡੇ ਪਾਰਟਿਸਪੈਂਟਸ ਨੂੰ ਸੰਬੋਧਨ ਕੀਤਾ ਤੇ ਸਾਡੀ ਬੇਨਤੀ ਨੂੰ ਕਬੂਲ ਕਰਦੇ ਹੋਏ ਇਸ ਵੈਬੀਨਾਰ ਦੇ ਵਿੱਚ ਹਿੱਸਾ ਲੈਣਾ ਮੰਨਿਆ। ਡਾਕਟਰ ਸੁਖਵਿੰਦਰ ਸਿੰਘ ਹੋਣਾ ਦਾ ਧੰਨਵਾਦ ਹੈ, ਜਿਨ੍ਹਾਂ ਨੇ, ਉਹਨਾਂ ਨਾਲ ਗੱਲਬਾਤ ਜਦੋਂ ਹੋਈ ਤਾਂ ਉਹ ਕਹਿ ਰਹੇ ਸੀ ਕਿ ਬੱਚਿਆਂ ਦੀਆਂ ਕਲਾਸਾਂ ਲਗਾਤਾਰ ਆਨਲਾਈਨ ਲੈਣੀਆਂ ਪੈ ਰਹੀਆਂ ਨੇ, ਤਾਂ ਉਸ ਰੁਝੇਵੇਂ ਭਰੇ ਸਮੇਂ ਦੇ ਵਿੱਚੋਂ ਦੀ ਸਮਾਂ ਦੇ ਕੇ ਸਾਨੂੰ ਨਿਵਾਜਿਆ। ਬਹੁਤ ਬਹੁਤ ਧੰਨਵਾਦ ਹੈ ਸਾਡੇ ਬੁਲਾਰਿਆਂ ਦਾ, ਤੇ ਧੰਨਵਾਦ ਹੈ ਸਾਡੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਧਰਮਿੰਦਰ ਸਿੰਘ ਉੱਭਾ ਜੀ ਦਾ, ਜਿਨ੍ਹਾਂ ਨੇ ਸਾਨੂੰ ਇਹ ਮੰਚ ਮੁਹੱਈਆ ਕਰਵਾਇਆ ਕਿ ਅਸੀਂ ਇਸ ਪੱਧਰ ਦਾ ਵੈਬੀਨਾਰ ਕਰਨ ਦੇ ਵਿੱਚ ਸਫਲ ਹੋਏ। ਇਸ ਦੇ ਨਾਲ ਹੀ ਮੇਰੇ ਕਾਲਜ ਦਾ ਸਮੂਹ ਸਟਾਫ ਇਸ ਵੈਬੀਨਾਰ ਦੇ ਵਿੱਚ ਹਾਜ਼ਰ ਹੈ। ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਸਾਰੇ ਪਾਰਟਿਸਪੈਂਟਸ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਵੈਬੀਨਾਰ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਸੋ ਇੱਥੇ ਹੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।